ਕੀ ਅਜਿਹੀ ਘਟਨਾ ਵਾਪਰੀ ਕਿ ਤੁਹਾਨੂੰ ਜੇਲ੍ਹ ਜਾਣਾ ਪਿਆ? 3 ਸਾਲ ਤੱਕ ਤੁਸੀਂ ਜੇਲ੍ਹ ਵੀ ਕੱਟੀ, ਲੜਾਈ ਹੁਣ ਵੀ ਜਾਰੀ, ਕੀ ਗੱਲ ਹੋਈ ਸੀ? ਮੇਰੀ ਸਕੀ ਭਤੀਜੀ 15-16 ਸਾਲ ਦੀ ਕਿਸੇ ਕਾਰਨ ਪੜ੍ਹਾਈ ਦੇ ਵਿੱਚ ਡਿਸਟਰਬੈਂਸ ਤੋਂ ਬਾਅਦ ਉਹ ਆਤਮ ਹੱਤਿਆ ਕਰ ਲੈਂਦੀ ਘਰ ਦੇ ਵਿੱਚ। ਮੈਨੂੰ ਅਰੈਸਟ ਕੀਤਾ ਜਾਂਦਾ ਵਾ, ਇਲੀਗਲ ਡਿਟੇਨ ਕੀਤਾ ਜਾਂਦਾ ਵਾ। ਤੇ ਇਸ ਤੋਂ 5-4 ਦਿਨ ਪਹਿਲਾਂ 14/7 ਨੂੰ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੈਨੂੰ ਚੱਕਣ ਆਈ ਪੁਲਿਸ। ਉਹ ਮੇਰੀ ਛੋਟੀ ਭੈਣ ਸਾਰਿਆਂ ਤੋਂ ਕੁਲਵੰਤ ਕੌਰ ਨੂੰ ਤੇ ਮਾਤਾ ਨੂੰ ਘਰੋਂ ਚੱਕ ਕੇ ਲੈ ਗਈ। ਰਾਤ ਰੱਖਿਆ, ਕਰੰਟ ਲਾਇਆ। ਉਸ ਦੇ ਦਰਮਿਆਨ ਜਦੋਂ ਤੁਸੀਂ ਘਰ 'ਚ ਨਹੀਂ ਹੁੰਦੇ, ਫਰਾਰ ਹੁੰਦੇ ਹੋ, ਉਸ ਦੌਰਾਨ ਪੁਲਿਸ ਨੇ ਜਿਹੜਾ ਮਤਲਬ ਅਰੈਸਟ ਸ਼ੋਅ ਕਰਨ ਤੋਂ ਬਾਅਦ ਚਲਾਨ ਪੇਸ਼ ਕੀਤਾ, ਉਹਦੇ ਵਿੱਚ ਮੈਨੂੰ ਫਰਾਰ ਦਿਖਾਇਆ। ਤੁਸੀਂ ਘਰੇ ਰਹਿੰਦੇ ਸੀਗੇ ਉਸ ਦੌਰਾਨ? ਬਿਲਕੁਲ। ਉਸ ਪੁਲਿਸ ਅਫਸਰ ਨੇ ਤੁਹਾਡੀ ਸਿਸਟਰ ਨਾਲ ਇਹ ਕਿਉਂ ਕੀਤਾ? ਪਹਿਲਾ ਤਾਂ ਸਵਾਲ ਇਹ ਹੈ। ਅਕਸਰ ਹੀ ਸਾਡੇ ਪਰਿਵਾਰਾਂ 'ਚ ਕੀ ਵਾਪਰਦਾ ਵਾ ਜਾਂ ਪੁਲਿਸ ਕੀ ਕਰਦੀ ਆ ਵੀ ਚੱਕਣ ਕਿਸੇ ਹੋਰ ਨੂੰ ਆਉਂਦੀ ਆ ਪੁਲਿਸ ਰਾਤ ਨੂੰ, ਜਾਂ ਚੋਰੀ, ਜਾਂ ਸਵੇਰ 4 ਵਜੇ ਜਾਂ ਰਾਤ ਨੂੰ 10 ਵਜੇ, ਪਰ ਚੱਕ ਕੇ ਕਿਸੇ ਹੋਰ ਨੂੰ ਲੈ ਜਾਂਦੀ ਆ ਜੇਕਰ ਸੰਬੰਧਿਤ ਬੰਦਾ ਘਰੇ ਨਹੀਂ ਮਿਲਦਾ। ਵੀ ਜਦ ਤੱਕ ਉਹਨੂੰ ਪੇਸ਼ ਨਹੀਂ ਕਰਦੇ ਅਸੀਂ ਇਹਨਾਂ ਨੂੰ ਲੈ ਜਾਂਦੇ। ਅਕਸਰ ਤਰੀਕਾ ਕਾਨੂੰਨ ਮੁਤਾਬਕ ਇਹ ਸਹੀ ਹੁੰਦਾ? ਬਿਲਕੁਲ ਗਲਤ ਹੁੰਦਾ। ਤੇ ਮੈਨੂੰ ਇਹ ਨਹੀਂ ਸੀ ਪਤਾ ਕਿ ਵੀ ਇਹਨਾਂ ਦੇ ਵਿੱਚੋਂ ਕਿਹੜਾ ਮੇਰਾ ਗਵਾਹ ਵਾ, ਕਿਹੜਾ ਪੁਲਿਸ ਨੇ ਗਵਾਹ। ਫਰਜ਼ੀ ਗਵਾਹ ਸੀ? ਫਰਜ਼ੀ ਗਵਾਹ। ਤੁਹਾਨੂੰ ਜਾਣਦਾ ਵੀ ਨਹੀਂ ਸੀ? ਨੋ। ਬੁਰੀ ਤਰ੍ਹਾਂ ਕਰੰਟ ਲਾਇਆ। ਕੀ ਕਹਿੰਦੇ ਸੀ ਤੁਹਾਨੂੰ? ਇਹੀ ਕਿ ਵੀ ਤੂੰ ਮੰਨ, ਤੂੰ ਦੱਸ ਵੀ ਕਤਲ ਤੂੰ ਕੀਤਾ, ਤੂੰ ਕਹਿ, ਐਗਰੀ ਕਰ। ਕਿਹਾ ਤੁਸੀਂ? ਮੈਂ ਕਿੱਥੋਂ ਕਹਿਣਾ ਸੀ? ਕੁੱਟ ਕੇ ਪੁਲਿਸ ਨੇ ਇੱਕ ਬਿਆਨ ਲਿਖ ਲਿਆ ਆਪਣੇ ਤੌਰ ਤੇ, ਉਹਦੇ ਤੇ ਮੇਰੇ ਸਾਈਨ ਕਰਾ ਲਏ। ਇੱਕ ਰਿਕਾਰਡ ਦੇ ਵਿੱਚ ਕਹਿ ਰਹੇ ਆ ਕਿ ਪਿਤਾ ਹੈਗੇ ਨੇ, ਦੂਜੇ ਰਿਕਾਰਡ 'ਚ ਪੁਲਿਸ ਹੀ ਕਹਿ ਰਹੀ ਹੈ ਕਿ ਹੈ ਨਹੀਂ। ਪੁਲਿਸ ਹੀ ਝੂਠੀ ਹੋ ਗਈ ਉੱਥੇ। ਬਿਲਕੁਲ। ਕਿਉਂਕਿ ਉਹਨਾਂ ਦੀ ਜਗ੍ਹਾ ਤੇ ਤਾਂ ਮੈਂ ਨੌਕਰੀ ਕਰ ਰਿਹਾ ਸੀ। ਜਦੋਂ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਦਾ ਵੀ ਜਦੋਂ ਰਿਕਾਰਡ ਆਰਟੀ ਦੇ ਵਿੱਚ ਆਇਆ, ਲੌਗ ਬੁੱਕ ਆਈ ਜਿਪਸੀ ਦੀ, ਤਾਂ ਉਹਦੇ ਵਿੱਚ ਉਸ ਡੇਟ ਨੂੰ, ਪਾਰਟੀਕੂਲਰ ਡੇਟ ਨੂੰ, ਉਧਰ ਤਾਂ ਮੇਰੇ ਘਰੇ, ਮੇਰੇ ਰਿਕਾਰਡ 'ਚ ਤਾਂ ਮੇਰੇ ਘਰੇ ਜਿਪਸੀ ਜਾਂਦੀ ਆ, ਜਦੋਂ ਕਿ ਲੌਗ ਬੁੱਕ ਦੇ ਵਿੱਚ ਜਿਪਸੀ ਚੰਡੀਗੜ੍ਹ ਤੁਰੀ ਫਿਰਦੀ ਆ ਮੀਟਿੰਗ ਦੇ ਵਿੱਚ, ਜਾਂ ਫਿਰ ਗਸ਼ਤ ਕਰਦੀ ਫਿਰਦੀ ਆ ਝਾਂਸੀ ਰਾਣੀ ਚੌਂਕ ਦੇ ਵਿੱਚ। ਉਸ ਰਿਕਾਰਡ 'ਚ ਤੁਹਾਡੇ ਰੇਡ ਹੀ ਨਹੀਂ ਆਈ? ਇੱਕ ਵੀ ਰੇਡ ਨਹੀਂ। ਉਹ ਝੂਠੇ ਸਾਬਤ ਹੋ ਗਏ। ਉਹਦਾ ਮਤਲਬ ਜਿਪਸੀ ਜਿਹੜੀ ਮੇਰੇ ਘਰੇ ਜਾਣੀ ਝੂਠੀ ਹੋ ਗਈ। 48 ਅਫਸਰ ਆਪਣੀ ਗੁਪਤ ਰਿਪੋਰਟ ਜਾਰੀ ਕਰਦਾ ਵਾ ਕਿ ਵੀ ਆ ਜਿਹੜੇ ਮਰਡਰ ਦਾ ਕੇਸ ਦਾ ਚਰਚਾ ਦੇ ਵਿੱਚ ਆ, ਅਸਲ ਦੇ ਵਿੱਚ ਇਹ ਕੁਝ ਵਾਪਰਿਆ ਹੀ ਨਹੀਂ। ਅੱਛਾ, ਉਹ ਜਿਹੜੀ ਗੁਪਤ ਰਿਪੋਰਟ ਆ ਉਹਦੇ ਵਿੱਚ ਕਹਿ ਰਹੇ ਕਿ ਨਹੀਂ ਵਾਪਰਿਆ, ਇਹ ਕੁਝ ਵਾਪਰਿਆ ਹੀ ਨਹੀਂ। ਇਹ ਐਸਐਚਓ ਨੇ, ਏਐਸਆਈ ਨੇ ਤੇ ਸਰਪੰਚ ਤੇ ਮੈਂਬਰ ਨੇ, ਚਾਰਾਂ ਨੇ ਇੱਕ ਸਾਜ਼ਿਸ਼ ਅਧੀਨ ਇਸ ਪਰਿਵਾਰ ਨੂੰ ਨਜਾਇਜ਼ ਫਸਾ ਕੇ ਇਹਦੇ ਜੇਲ੍ਹ ਦੇ ਵਿੱਚ ਭੇਜਿਆ। ਕੀ ਸਬੂਤ ਸੀ? ਉਹ ਸਬੂਤ ਕੀ ਸੀ ਬਈ, ਜਿਹਦੇ ਵਿੱਚ ਇਹ ਲਿਖਿਆ ਸੀ ਕਿ 31/7/2004 ਨੂੰ ਇਕਬਾਲ ਸਿੰਘ ਆਪਣੇ ਸਕੂਲ ਨਹੀਂ ਸੀ ਗਿਆ। ਇਸ ਕਰਕੇ ਸਾਬਤ ਹੁੰਦਾ ਵਾ ਕਿ ਵੀ ਇਹ ਕਤਲ ਇਹਨੇ ਕੀਤਾ। ਅੱਛਾ, ਇਸ ਗੱਲ ਨਾਲ ਇਹ ਸਾਬਤ ਹੋ ਗਿਆ ਵੀ ਉੱਥੇ ਤੁਹਾਡੀ ਹਾਜ਼ਰੀ ਸੀ ਫਿਰ ਸਕੂਲ 'ਚ? 31/7/2004 ਨੂੰ ਸ਼ਹੀਦ ਊਧਮ ਸਿੰਘ ਦੀ ਛੁੱਟੀ ਹੁੰਦੀ ਹੈ। ਇੰਨੀਆਂ ਤੁਸੀਂ ਝੂਠ ਜਿਹੜੇ ਨੇ ਬੇਨਕਾਬ ਕਰਦੇ ਪੁਲਿਸ ਦੇ, ਤੇ ਪਰ ਕਿੰਨੀਆਂ ਚਿੱਠੀਆਂ ਲਿਖੀਆਂ ਤੁਸੀਂ ਜੇਲ੍ਹ ਦੇ ਵਿੱਚ? ਹੁਣ ਤੱਕ ਕੋਈ 30-35 ਹਜ਼ਾਰ ਚਿੱਠੀਆਂ ਮੈਂ ਲਿਖ ਚੁੱਕਿਆ। ਜਿਹੜੇ ਪੁਲਿਸ ਅਧਿਕਾਰੀਆਂ ਦੀ ਤੁਸੀਂ ਗੱਲ ਕਰਦੇ ਹੋ, ਕੋਈ ਕਾਰਵਾਈ ਉਹਨਾਂ ਤੇ ਹੋਈ? ਨਹੀਂ ਜੀ। ਸੋਚ ਹੀ ਨਹੀਂ ਸਕਦਾ ਕੋਈ ਬੰਦਾ ਕਿ ਇਹਦੀ ਭਰਪਾਈ ਹੋ ਨਹੀਂ ਸਕਦੀ। ਇੱਕ ਅਧਿਆਪਕ ਨੇ ਨੌਕਰੀ ਕਰਨੀ ਸੀਗੀ, ਵਿਆਹ ਕਰਾਉਣਾ ਸੀ, ਬੱਚੇ ਹੋਣੇ ਸੀ, ਚੰਗਾ ਖੁਸ਼ਹਾਲ ਪਰਿਵਾਰ ਹੋਣਾ ਸੀ, ਪਰ ਇੱਕ ਪੁਲਿਸ ਅਫਸਰ ਨੇ ਉਹਦੀ ਜ਼ਿੰਦਗੀ ਤਬਾਹ ਕਰਤੀ। ਪਤਾ ਨਹੀਂ ਰਾਣਾ ਜੀ ਮੇਰੇ ਵਰਗੇ ਕਿੰਨੇ ਹੋਰ ਨੇ। ਸੁਰਜੀਤ ਪਾਤਰ ਹੋਰਾਂ ਦਾ ਇੱਕ ਗੀਤ ਹੈ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਆਪਣੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਇਨਸਾਫ ਉਡੀਕਦਿਆਂ ਕਈ ਵਾਰ ਜ਼ਿੰਦਗੀਆਂ ਬੀਤ ਜਾਂਦੀਆਂ ਨੇ, ਤੇ ਅਜਿਹੀ ਹੀ ਕਹਾਣੀ ਹੈ ਇਕਬਾਲ ਸਿੰਘ ਰਸੂਲਪੁਰ ਹੋਰਾਂ ਦੀ। ਮਾਸਟਰ ਇਕਬਾਲ ਸਿੰਘ ਰਸੂਲਪੁਰ ਇਸ ਵੇਲੇ ਸਾਡੇ ਨਾਲ ਨੇ ਤੇ ਪਿਛਲੇ 16 ਸਾਲਾਂ ਤੋਂ ਉਹ ਇਨਸਾਫ ਦੀ ਲੜਾਈ ਲੜ ਰਹੇ ਨੇ। ਉਹਨਾਂ ਤੇ ਕਤਲ ਦਾ ਇੱਕ ਕੇਸ ਪਿਆ, ਹਾਲਾਂਕਿ ਉਹ ਕਤਲ ਇਹਨਾਂ ਦੇ ਵੱਲੋਂ, ਇਹਨਾਂ ਦੇ ਕਹਿਣ ਮੁਤਾਬਕ ਨਹੀਂ ਸੀ ਕੀਤਾ ਗਿਆ। ਅਦਾਲਤ ਦੇ ਵੱਲੋਂ ਵੀ ਬਰੀ ਹੋ ਚੁੱਕੇ ਨੇ, ਪਰ ਇਨਸਾਫ ਦੀ ਲੜਾਈ ਹਾਲੇ ਵੀ ਲੜ ਰਹੇ ਨੇ। ਇਕਬਾਲ ਸਿੰਘ ਜੀ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਲੜਾਈ ਤੁਹਾਡੀ ਬਹੁਤ ਲੰਬੀ ਚੱਲ ਰਹੀ ਹੈ ਜੀ। ਕਿਵੇਂ ਸ਼ੁਰੂਆਤ ਕਿਵੇਂ ਹੋਈ? ਕੀ ਅਜਿਹੀ ਘਟਨਾ ਵਾਪਰੀ ਕਿ ਤੁਹਾਨੂੰ ਜੇਲ੍ਹ ਜਾਣਾ ਪਿਆ? 3 ਸਾਲ ਤੱਕ ਤੁਸੀਂ ਜੇਲ੍ਹ ਵੀ ਕੱਟੀ, ਲੜਾਈ ਹੁਣ ਵੀ ਜਾਰੀ, ਕੀ ਗੱਲ ਹੋਈ ਸੀ? ਰਾਣਾ ਜੀ, 31/7/2004 ਦੀ ਘਟਨਾ ਅਚਾਨਕ ਸਾਡੇ ਪਰਿਵਾਰ ਦੇ ਵਿੱਚ ਵਾਪਰਦੀ ਆ ਕਿ ਮੇਰੀ ਸਕੀ ਭਤੀਜੀ 15-16 ਸਾਲ ਦੀ ਕਿਸੇ ਕਾਰਨ ਪੜ੍ਹਾਈ ਦੇ ਵਿੱਚ ਡਿਸਟਰਬੈਂਸ ਤੋਂ ਬਾਅਦ
ਉਹ ਆਤਮ ਹੱਤਿਆ ਕਰ ਲੈਂਦੀ ਘਰ ਦੇ ਵਿੱਚ। ਹੂੰ ਉਸ ਤੋਂ ਬਾਅਦ 1 ਸਾਲ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਗੀ। 1 ਸਾਲ ਬਾਅਦ ਕਰੀਬ 21/7/2004 ਨੂੰ ਮੈਨੂੰ ਅਰੈਸਟ ਕੀਤਾ ਜਾਂਦਾ ਵਾ, ਇਨਲੀਗਲ ਡਿਟੇਨ ਕੀਤਾ ਜਾਂਦਾ ਵਾ। ਤੇ ਇਸ ਤੋਂ 5-4 ਦਿਨ ਪਹਿਲਾਂ 14/7 ਨੂੰ ਮੇਰੀ ਗੈਰ ਹਾਜ਼ਰੀ ਦੇ ਵਿੱਚ ਮੈਨੂੰ ਚੱਕਣ ਆਈ ਪੁਲਿਸ, ਜਿਹਦੀ ਅਗਵਾਈ ਮੌਕੇ ਦਾ SHO, ਆਪਣੇ ਆਪ ਨੂੰ SHO ਕਹਾਉਂਦਾ SI ਗੁਰਿੰਦਰ ਸਿੰਘ ਕਰ ਰਿਹਾ ਸੀਗਾ। ਉਹ ਮੇਰੀ ਛੋਟੀ ਭੈਣ ਸਾਰਿਆਂ ਤੋਂ ਕੁਲਵੰਤ ਕੌਰ ਨੂੰ ਤੇ ਮਾਤਾ ਨੂੰ ਘਰੋਂ ਚੱਕ ਕੇ ਲੈ ਗਈ, ਰਾਤ ਰੱਖਿਆ, ਕਰੰਟ ਲਾਇਆ। ਉਸ ਤੋਂ ਬਾਅਦ ਪੰਚਾਇਤ ਛਡਾ ਲਿਆਈ ਤੇ 21 ਤਰੀਕ ਨੂੰ ਮੈਨੂੰ ਪੰਚਾਇਤ ਨੇ ਇਹ ਕਹਿ ਕੇ ਲੈ ਗਏ ਕਿ ਵੀ ਉਹਨੇ ਸਿਰਫ ਪੁੱਛਗਿੱਛ ਕਰਨੀ ਆ। ਅੱਛਾ। 21 ਤਰੀਕ ਨੂੰ ਮੈਨੂੰ ਥਾਣੇ ਦੇ ਵਿੱਚ ਰੱਖਿਆ ਗਿਆ, ਜਿੱਥੇ ਬਹੁਤ ਸਾਰੇ ਮੋਹਤਬਰ ਲੋਕ ਮੈਨੂੰ ਮਿਲ ਕੇ ਗਏ। ਬਕਾਇਦਾ ਸਾਡੇ ਜਿਹੜੇ ਪਰਿਵਾਰਕ ਮੈਂਬਰਾਂ ਨੇ ਰਿਕਾਰਡ ਤੇ ਲਿਆਂਦੀ ਇਹ ਗੱਲ, ਇੱਕ ਲਿਖਤੀ ਐਪਲੀਕੇਸ਼ਨ ਵੀ ਦਿੱਤੀ ਪੁਲਿਸ ਅਫਸਰਾਂ ਨੂੰ। ਉਸ ਤੋਂ ਬਾਅਦ 22 ਤਰੀਕ ਦੇ ਵਿੱਚ ਮੇਰੀ ਅਰੈਸਟ ਸ਼ੋ ਕੀਤੀ ਤੇ ਰਾਤ ਨੂੰ ਥੋੜਾ ਇੰਨਾ ਤਸ਼ੱਦਦ ਕੀਤਾ। ਅੱਛਾ, ਥੋੜੀ ਜੀ ਗੱਲ ਫੇਰ ਪਿੱਛੇ ਲੈ ਜਾਂਦੇ ਆ ਜੀ। ਦੁਆਰਾ ਕਿਹੜੇ ਮੰਥ ਦੇ ਵਿੱਚ ਜਿਹੜੀ ਸੁਸਾਈਡ ਹੁੰਦੀ ਹੈ, ਜਿਹੜੀ ਤੁਹਾਡੀ ਭਤੀਜੀ ਕਰ ਲੈਂਦੀ 31/7/2004 31/7/2004 ਨੂੰ? ਉਸ ਦੇ ਦਰਮਿਆਨ ਜਦੋਂ ਤੁਸੀਂ ਘਰ 'ਚ ਨਹੀਂ ਹੁੰਦੇ, ਫਰਾਰ ਹੁੰਦੇ ਹੋ, ਉਸ ਦੌਰਾਨ ਪੁਲਿਸ ਨੇ ਜਿਹੜਾ ਮਤਲਬ ਅਰੈਸਟ ਸ਼ੋ ਕਰਨ ਤੋਂ ਬਾਅਦ ਚਲਾਨ ਪੇਸ਼ ਕੀਤਾ, ਉਹਦੇ ਵਿੱਚ ਮੈਨੂੰ ਫਰਾਰ ਦਿਖਾਇਆ। ਤੁਸੀਂ ਘਰੇ ਰਹਿੰਦੇ ਸੀਗੇ ਉਸ ਦੌਰਾਨ? ਬਿਲਕੁਲ ਘਰੇ ਸੀ। ਜੇ ਤੁਸੀਂ ਘਰੇ ਸੀਗੇ, ਫਿਰ ਤੁਹਾਨੂੰ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਸੀਂ ਕਿਹਾ ਕਿ ਤੁਹਾਡੀ ਛੋਟੀ ਭੈਣ ਤੇ ਤੁਹਾਡੀ ਮਾਤਾ ਜੀ ਨੂੰ ਕਿਉਂ ਲੈ ਕੇ ਗਏ? ਉਹ ਤਾਂ ਮੌਕੇ ਦੇ ਉੱਤੇ ਜਿਸ ਟਾਈਮ ਉਹ ਆਉਂਦੇ ਆ, ਉਸ ਟਾਈਮ ਮੈਂ ਮੌਕੇ ਤੇ ਨਹੀਂ ਸੀਗਾ। ਅੱਛਾ, ਪਹਿਲੀ ਵਾਰੀ ਉਹ ਆਏ? ਹਾਂ। ਉਸ ਤੋਂ ਪਹਿਲਾਂ ਕੋਈ ਰੇਡ ਨਹੀਂ ਸੀ? ਨਾ, ਬਿਲਕੁਲ ਕਦੇ ਕਿ ਤੁਹਾਨੂੰ ਗ੍ਰਿਫਤਾਰੀ ਲਈ ਰੇਡ ਹੋਵੇ, ਬਿਲਕੁਲ ਤੁਹਾਡੇ ਤੇ ਪ੍ਰੈਸ਼ਰ ਹੋਵੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਉਸ ਤੱਕ ਸੁਸਾਈਡ ਦਾ ਕੇਸ ਹੀ ਸੀਗਾ? ਬਿਲਕੁਲ। ਉਦੋਂ ਤੱਕ ਤੁਹਾਨੂੰ ਵੀ ਪਤਾ ਨਹੀਂ ਸੀ? ਬਿਲਕੁਲ। ਜਦੋਂ ਪੁਲਿਸ ਤੁਹਾਡੇ ਸਿਸਟਰ ਨੂੰ ਤੇ ਮਾਤਾ ਜੀ ਨੂੰ ਲੈ ਜਾਂਦੀ ਹੈ, ਜੀ, ਉਹਨਾਂ ਤੇ ਵੀ ਤਸ਼ੱਦਦ ਢਾਇਆ ਜਾਂਦਾ? ਬਿਲਕੁਲ। ਸਿਸਟਰ ਤੇ ਇੰਨਾ ਤਸ਼ੱਦਦ ਢਾਇਆ ਕਿ ਕਰੰਟ ਲਾ ਕੇ ਸਦਾ ਲਈ ਨਕਾਰਾ ਕਰਤਾ। ਉਹ ਮੰਜੇ ਤੇ ਪਈਆ ਹੋਣਾ, ਤੁਸੀਂ ਦੇਖ ਕੇ ਹਟਿਓ। ਇੰਨਾ ਕੁ ਮਾੜਾ ਹਾਲ ਕਰਤਾ ਕਿ ਵੀ ਹੁਣ ਰੋਟੀ ਖਵਾਉਣ ਲਈ ਵੀ ਦੂਸਰੇ 2 ਹੱਥਾਂ ਦੀ ਲੋੜ ਆ। ਪਰ 2004 ਦੀ ਇਹ ਘਟਨਾ ਹੈ ਜੀ। ਉਸ ਟਾਈਮ ਤਾਂ ਜਿਹੜਾ ਦੌਰ ਹੈ, ਜਿਹਨੂੰ ਆਪਾਂ ਕਾਲਾ ਦੌਰ ਕਹਿੰਦੇ ਆ, ਜਿਹੜਾ ਸੰਤਾਪ ਪੰਜਾਬ ਨੇ ਭੋਗਿਆ, ਉਹਨਾਂ ਦਿਨਾਂ ਦੇ ਦੌਰਾਨ ਅਸੀਂ ਸੁਣਦੇ ਆ ਕਿ ਇਸ ਤਰ੍ਹਾਂ ਦਾ ਹੁੰਦਾ ਸੀਗਾ। ਉਹ ਤਾਂ 1995 ਤੱਕ ਖਤਮ ਹੋ ਗਿਆ ਸੀਗਾ, ਪਰ ਇਹ ਤਾਂ 2004 ਦੀ ਗੱਲ ਹੈ। ਉਹਨਾਂ ਦਿਨਾਂ ਦੇ ਦਰਮਿਆਨ ਵੀ ਪੁਲਿਸ ਇਸ ਤਰ੍ਹਾਂ ਦਾ ਤਸ਼ੱਦਦ ਢਾਇਆ? ਜਿੱਥੋਂ ਤੱਕ ਮਤਲਬ ਇਹ ਜੇ ਘਟਨਾਵਾਂ ਦੀ ਗੱਲ ਕਰੀਏ ਤਾਂ ਅੱਜ ਵੀ ਇਹੋ ਜਿਹਾ ਕੁਝ ਵਾਪਰ ਰਿਹਾ ਵਾ। ਸਾਡੇ ਨਾਲ ਤਾਂ ਹੱਡੀ ਵਾਪਰਿਆ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨਾਲ ਵਾਪਰ ਰਿਹਾ। ਬਸ ਫਰਕ ਇਹੀ ਆ ਵੀ ਜਿਹਦੇ ਨਾਲ ਬੀਤਦੀ ਆ, ਬਸ ਪਤਾ ਹੀ ਸਿਰਫ ਉਹਨੂੰ ਹੁੰਦਾ ਵਾ। ਅੱਛਾ, ਤੁਹਾਡੇ ਸਿਸਟਰ ਨੂੰ ਕਰੰਟ ਲਾਇਆ, ਉਹ ਨਕਾਰਾ ਹੋ ਗਏ, ਅੱਜ ਵੀ ਅਸੀਂ ਦੇਖ ਰਹੇ ਹਾਂ ਮੰਜੇ ਤੇ ਆ, ਬਹੁਤ ਮਾੜੀ ਹਾਲਤ ਹੈ ਉਹਨਾਂ ਦੀ। ਤੇ ਉਸ ਤੋਂ ਪਹਿਲਾਂ ਉਹ ਸਹੀ ਸੀਗੇ? ਬਿਲਕੁਲ 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 ਤੰਦਰੁਸਤ ਸੀਗੇ। ਉਹਨਾਂ ਦੇ ਵਿਆਹ ਦੀ ਗੱਲ ਚੱਲ ਰਹੀ ਸੀਗੀ। 12 ਪੜ੍ਹੀ ਆ, ਸਕੂਲ ਜਾਂਦੀ ਸੀ। ਹੁਣ ਕਿਵੇਂ, ਹੁਣ ਕੀ ਹੈਗੀ ਹਾਲਤ ਉਹਨਾਂ ਦੀ? ਹੁਣ ਤਾਂ 100% ਨਕਾਰਾ ਵਾ, ਮੰਜੇ ਤੇ ਆ, ਬਸ ਹੱਥ ਨਾਲ ਰੋਟੀ ਖਵਾਉਣੀ ਪੈਂਦੀ ਆ ਤੇ ਕਿਰਿਆ ਕਰਮ ਸਾਰਾ ਕੁਝ। ਦਿਮਾਗੀ ਹਾਲਤ ਬੇਹੱਦ ਡਾਮਾਡੋਲ ਆ। ਬੋਲਣ ਦੀ ਪੋਜੀਸ਼ਨ ਡਾਊਨ ਹੁੰਦੀ ਜਾ ਰਹੀ ਆ, ਪਰ ਇਨਸਾਫ ਦੀ ਕਿਤੇ ਉਮੀਦ ਨਹੀਂ ਦੱਸ ਰਹੀ। ਉਸ ਪੁਲਿਸ ਅਫਸਰ ਨੇ ਤੁਹਾਡੀ ਸਿਸਟਰ ਨਾਲ ਇਹ ਕਿਉਂ ਕੀਤਾ? ਪਹਿਲਾਂ ਤਾਂ ਸਵਾਲ ਇਹ ਹੈ। ਅਕਸਰ ਹੀ ਸਾਡੇ ਪਰਿਵਾਰਾਂ 'ਚ ਕੀ ਵਾਪਰਦਾ ਵਾ ਜਾਂ ਪੁਲਿਸ ਕੀ ਕਰਦੀ ਆ ਵੀ ਚੱਕਣ ਕਿਸੇ ਹੋਰ ਨੂੰ ਆਉਂਦੀ ਆ ਪੁਲਿਸ ਰਾਤ ਨੂੰ, ਜਾਂ ਚੋਰੀ, ਜਾਂ ਸਵੇਰ 4 ਵਜੇ ਜਾਂ ਰਾਤ ਨੂੰ 10 ਵਜੇ, ਪਰ ਚੱਕ ਕੇ ਕਿਸੇ ਹੋਰ ਨੂੰ ਲੈ ਜਾਂਦੀ ਆ ਜੇਕਰ ਸੰਬੰਧਿਤ ਬੰਦਾ ਘਰੇ ਨਹੀਂ ਮਿਲਦਾ। ਵੀ ਜਦ ਤੱਕ ਉਹਨੂੰ ਪੇਸ਼ ਨਹੀਂ ਕਰਦੇ ਅਸੀਂ ਇਹਨਾਂ ਨੂੰ ਲੈ ਜਾਂਦੇ। ਅਕਸਰ ਤਰੀਕਾ ਵਾ। ਕਾਨੂੰਨ ਮੁਤਾਬਕ ਇਹ ਸਹੀ ਹੁੰਦਾ? ਬਿਲਕੁਲ ਗਲਤ ਹੁੰਦਾ, ਪਰ ਵਾਪਰ ਰਿਹਾ ਵਾ। ਕਾਨੂੰਨ ਮੁਤਾਬਕ ਗਲਤ? ਬਿਲਕੁਲ ਗਲਤ। ਜਿਹੜਾ ਉਸਨੇ ਪੁਲਿਸ ਹਿਰਾਸਤ ਦੇ ਵਿੱਚ ਗਲਤ ਢੰਗ ਨਾਲ ਰੱਖਿਆ, ਉਹਦੇ ਬਾਅਦ ਵੀ ਉਸ ਤੇ ਕੋਈ ਕਾਰਵਾਈ ਹੋਈ ਇਸ ਗੱਲ ਦੀ? ਬੜੀਆਂ ਸ਼ਿਕਾਇਤਾਂ ਹੋ ਗਈਆਂ, ਬਹੁਤ ਸਾਰੇ ਬਿਆਨ ਹੋ ਗਏ। DGP ਦੀ 45 ਰਿਪੋਰਟ ਆ ਗਈ, ਇੰਟੈਲੀਜੈਂਸ ਦੀ 45 ਰਿਪੋਰਟ ਆ ਗਈ, ਨੈਸ਼ਨਲ SC ਕਮਿਸ਼ਨ ਨੇ ਆਰਡਰ ਕਰਤੇ, ਹੋਮ ਸੈਕਟਰੀ ਨੇ ਆਰਡਰ ਕਰਤੇ, ਕ੍ਰਾਈਮ ਬ੍ਰਾਂਚ ਨੇ ਆਰਡਰ ਕਰਤੇ ਕਿ ਇਹਦੇ ਤੇ ਪਰਚਾ ਦਰਜ ਕਰੋ। ਨਹੀਂ ਹੋਇਆ? ਕੋਈ ਪਰਚਾ ਦਰਜ ਨਹੀਂ ਅਜੇ ਤੱਕ। ਅੱਛਾ, ਅਗਲੀ ਗੱਲ ਕਰਦੇ ਹਾਂ। ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਸਿਸਟਰ ਤੇ ਮਾਤਾ ਜੀ ਨੂੰ ਲੈ ਗਏ, ਉਹ ਤੇ ਕਿੰਨੇ ਦਿਨ ਬਾਅਦ ਫਿਰ ਤੁਸੀਂ ਪੰਚਾਇਤ ਦੇ ਥਰੂ ਪੇਸ਼ ਹੋ ਗਏ? 21/7/2005। ਅੱਛਾ, ਕੁਝ ਦਿਨ ਬਾਅਦ ਹੀ ਤੁਸੀਂ ਥਾਣੇ 'ਚ ਜਾਂਦੇ ਹੋ? ਬਿਲਕੁਲ। ਤੁਹਾਨੂੰ ਮੋਤਬਰ ਬੰਦੇ ਛੱਡ ਕੇ ਆਉਂਦੇ ਨੇ? ਬਿਲਕੁਲ। ਕਿ ਉਹਨਾਂ ਨੇ ਤੁਹਾਤੋਂ ਪੁੱਛਗਿੱਛ ਕਰਨੀ? ਉਦੋਂ ਤੱਕ ਕੇਸ ਜਿਹੜਾ ਸੁਸਾਈਡ ਦਾ ਹੀ ਸੀਗਾ? ਬਿਲਕੁਲ। ਪੁਲਿਸ ਨੇ ਸੁਸਾਈਡ ਨੂੰ ਮਰਡਰ ਦੇ ਵਿੱਚ ਕਨਵਰਟ ਕੀਤਾ। ਫਿਰ ਕਦੋਂ ਕੀਤਾ? ਮੇਰੀ ਅਰੈਸਟ ਤੋਂ ਬਾਅਦ। ਕੀ ਕਹਿੰਦੇ? 2 ਬੰਦੇ ਫਰਜ਼ੀ ਗਵਾਹ ਬਣਾਏ ਗਏ। ਇੱਕ ਸਰਪੰਚ ਨੂੰ ਗਵਾਹ ਬਣਾਇਆ ਗਿਆ, ਇੱਕ ਮੈਂਬਰ ਨੂੰ ਬਣਾਇਆ ਗਿਆ। ਤੁਹਾਡੇ ਪਿੰਡ ਦੇ ਸੀਗੇ? ਨਹੀਂ, ਮੈਥੋਂ 40 ਕਿਲੋਮੀਟਰ ਦੂਰ
ਕੀ ਕਹਿੰਦਾ ਵਾ ਸਰਪੰਚ ਕਿ ਵੀ ਇਕਬਾਲ ਸਿੰਘ ਘਰੋਂ ਭੱਜਿਆ ਹੋਇਆ ਸੀ, ਅੱਜ ਸਾਲ ਬਾਅਦ ਮੇਰੇ ਕੋਲੇ ਆਇਆ ਵਾ ਤੇ ਮੈਂ ਇਹਨੂੰ SHO ਦੀ ਪੇਸ਼ ਕਰਤਾ ਤੇ ਇਹਨੇ ਮੰਨਿਆ ਵਾ ਕਿ ਇਹ ਕੰਮ ਕਤਲ ਮੈਂ ਕੀਤਾ ਵਾ, ਜਦੋਂ ਕਿ ਮੈਂ ਇਹਨੂੰ ਕਦੇ ਜ਼ਿੰਦਗੀ 'ਚ ਨਹੀਂ ਮਿਲਿਆ ਸੀ, ਨਾ ਉਹਨੂੰ ਮੈਂ ਜਾਣਦਾ ਸੀ ਨਾ ਉਹ ਮੈਨੂੰ ਜਾਣਦਾ ਸੀ। ਹੈਰਾਨੀ ਵਾਲੀ ਗੱਲ ਇਹ ਹੋਈ ਕਿ ਜਿਸ ਦਿਨ ਪਹਿਲੇ ਦਿਨ ਮੈਂ ਉਹਨੂੰ ਜਾਂ ਉਹਨੇ ਮੈਨੂੰ ਦੇਖਣਾ ਸੀ, ਨਾ ਮੈਨੂੰ ਪਤਾ ਸੀਗਾ ਵੀ ਅਦਾਲਤ ਦੇ ਵਿੱਚ ਮੇਰਾ ਗਵਾਹ ਕਿਹੜਾ ਸਰਪੰਚ ਖੜਾ ਵਾ, ਤੇ ਨਾ ਉਹਨੂੰ ਪਤਾ ਸੀ ਕਿ ਇਕਬਾਲ ਸਿੰਘ ਕੌਣ ਆ। ਅਦਾਲਤ ਦੇ ਵਿੱਚ ਲੋਕ ਜਾਈ ਜਾਂਦੇ ਸੀ ਆਈ ਜਾਂਦੇ ਸੀ, ਤੇ ਮੈਨੂੰ ਵੀ ਜਦੋਂ ਲਿਜਾ ਕੇ ਖੜਾਇਆ ਤੇ ਮੈਨੂੰ ਇਹ ਨਹੀਂ ਸੀ ਪਤਾ ਕਿ ਵੀ ਇਹਨਾਂ ਦੇ ਵਿੱਚੋਂ ਕਿਹੜਾ ਮੇਰਾ ਗਵਾਹ ਵਾ, ਕਿਹੜਾ ਪੁਲਿਸ ਨੇ ਗਵਾਹ ਫਰਜ਼ੀ ਗਵਾਹ ਸੀ। ਫਰਜ਼ੀ ਗਵਾਹ ਤੁਹਾਨੂੰ ਜਾਣਦਾ ਵੀ ਨਹੀਂ ਸੀ? ਨੋ, 40 ਕਿਲੋਮੀਟਰ ਦੂਰ। ਤੁਹਾਨੂੰ ਪੇਸ਼ ਨਹੀਂ ਕੀਤਾ ਉਹਨਾਂ ਨੇ ਪੁਲਿਸ ਕੋਲ ਲਿਜਾ ਕੇ? ਬਿਲਕੁਲ। ਜਿਹੜਾ ਦੂਜਾ ਬੰਦਾ ਤੁਸੀਂ ਕਹਿੰਦੇ ਮੈਂਬਰ, ਉਹ ਕਿੱਥੇ? ਉਹ ਵੀ ਉਹਦਾ ਮੈਂਬਰ ਸੀਗਾ, ਉਸੇ ਪਿੰਡ ਦਾ। ਉਸੇ ਪਿੰਡ ਦਾ, ਜਿਹਦਾ ਬਿਆਨ ਇਹ, ਜਿਹਨੇ ਮਤਲਬ ਬਿਆਨ ਪੁਲਿਸ ਨੇ ਜਿਹਦਾ ਫਰਜ਼ੀ ਬਿਆਨ ਇਹ ਲਿਖਿਆ ਕਿ ਵੀ ਘਟਨਾ ਵਾਲੇ ਦਿਨ ਜਾਣੀ ਦੀ 31/7/2004 ਨੂੰ ਮੈਂ ਉਸ ਗਲੀ ਵਿੱਚ ਦੀ ਲੰਘਿਆ ਜਾਂਦਾ ਸੀਗਾ, ਜਿਹੜੀ ਗਲੀ ਦੇ ਵਿੱਚ ਦਰਵਾਜ਼ਾ ਖੁੱਲਾ ਸੀ। ਉਹ ਬੰਦਾ ਕਹਿ ਰਿਹਾ ਸਰਪੰਚ, ਉਹ ਬੰਦਾ ਉਹਦਾ ਬਿਆਨ ਲਿਖਾ ਰਿਹਾ ਪੁਲਿਸ ਨੂੰ, ਜਾਂ ਪੁਲਿਸ ਨੇ ਕਹਿ ਲਈਏ ਬਿਆਨ ਲਿਖਿਆ ਉਹਦਾ ਕਿ ਵੀ ਮੈਂ ਉਸ ਦਿਨ ਘਟਨਾ ਮੌਕਾਈ ਵਾਰਦਾਤ ਵਾਲੇ ਦਿਨ ਤੜਕੇ 6:30 ਵਜੇ ਉਸ ਗਲੀ 'ਚ ਲੰਘਿਆ ਜਾਂਦਾ ਸੀ ਤੇ ਮੈਂ ਦਰਵਾਜ਼ਾ ਖੁੱਲਾ ਸੀ ਤੇ ਵਿਹੜੇ 'ਚ ਖੜੇ ਇਕਬਾਲ ਸਿੰਘ ਤੇ ਇਹਦੀ ਭਰਜਾਈ ਉੱਚੀ ਉੱਚੀ ਗੱਲਾਂ ਕਰਦੇ ਸੀ ਕਿ ਅੱਜ ਮੈਂ ਤੇਰੇ ਵੀਰੇ ਨੂੰ ਬਾਹਰ ਲੈ ਜਾਊਂਗੀ ਤੇ ਤੂੰ ਮੁੜ ਕੇ ਮਗਰੋਂ ਕੁੜੀ ਮਾਰਦੀ। ਉੱਚੀ ਉੱਚੀ ਖੜੇ ਵਿਹੜੇ 'ਚ ਗੱਲਾਂ ਕਰਦੇ ਸੀ ਤੇ ਉਹ ਲੰਘਿਆ ਜਾ ਸੀ। ਕਹਿੰਦਾ ਮੈਂ ਪੈਰ ਮੜ ਲਿਆ ਤੇ ਫਿਰ ਮੈਂ ਇਹ ਗੱਲ ਸੁਣ ਕੇ ਤੇ ਮੈਂ ਜਾ ਕੇ ਪੁਲਿਸ ਨੂੰ ਬਿਆਨ ਕਿੰਨੇ ਟਾਈਮ ਬਾਅਦ ਦਿੰਦਾ? 3 ਮਹੀਨੇ ਬਾਅਦ। ਕਹਿੰਦਾ ਅੱਜ ਮੈਂ 3 ਮਹੀਨੇ ਬਾਅਦ ਮੇਰੀ ਹੁਣ ਜ਼ਮੀਰ ਜਾਗ ਪਈ ਆ ਤੇ ਹੁਣ ਮੈਂ ਪੁਲਿਸ ਨੂੰ ਇਹ ਬਿਆਨ ਲਿਖਾਤਾ ਵਾ। ਅੱਛਾ, ਇਹ ਜਦੋਂ ਤੁਸੀਂ ਹੁਣ ਤੁਹਾਨੂੰ ਪੰਚਾਇਤ ਵਾਲੇ ਮੋਹਤਵਰ ਬੰਦੇ ਥਾਣੇ ਲੈ ਜਾਂਦੇ ਨੇ, ਪੁੱਛਗਿੱਛ ਕਰਦੇ ਨੇ, ਤਾਂ ਕੀ ਪੁੱਛਗਿੱਛ ਹੁੰਦੀ ਹੈ? ਕਿਵੇਂ ਦਾ ਮਾਹੌਲ ਹੁੰਦਾ? ਕੀ ਕੁਝ ਹੁੰਦਾ? ਤੁਹਾਨੂੰ ਕੀ ਪਤਾ ਲੱਗਦਾ ਉੱਥੇ ਜਾ ਕੇ? ਮੈਨੂੰ ਪੁਲਿਸ ਨੇ ਰਾਤ ਨੂੰ ਇੱਕ ਟੌਰਚਰ ਘਰ ਬਣਾਇਆ ਸੀਗਾ ਇੱਥੇ ਸਾਡੇ ਜਗਰਾਉਂ ਦੇ ਨਾਲ ਹੀ ਸਬੱਦੀ ਪਿੰਡ ਆ, ਉਹਦੇ ਖੇਤਾਂ ਦੇ ਵਿੱਚ ਇੱਕ ਟੌਰਚਰ ਘਰ ਬਣਾਇਆ ਸੀਗਾ। ਅੱਛਾ। ਬੜੇ ਲੋਕਾਂ ਨੂੰ ਪਤਾ, ਮੈਂ ਜੇਲ੍ਹ 'ਚੋਂ ਆ ਕੇ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਸੀ, ਮੈਂ ਟ੍ਰੇਸ ਕਰਕੇ ਆਇਆ, ਆਲੇ ਦੁਆਲੇ ਲੋਕਾਂ ਤੋਂ ਪੁੱਛ ਕੇ ਆਇਆ ਵੀ ਇੱਥੇ ਕਿੰਨਾ ਟਾਈਮ ਕਿਵੇਂ ਹੁੰਦਾ ਸੀਗਾ। ਪੁਲਿਸ ਦੀ ਜਗ੍ਹਾ ਨਹੀਂ ਸੀ ਉਹ? ਨੋ, ਕਿਸੇ ਪਿਛਲੇ ਕਾਲੇ ਦੌਰ ਦੇ ਵਿੱਚ ਪੁਲਿਸ ਨੇ ਉਸ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਬੇਸਿਕਲੀ ਉਹਦੇ ਜਿਹੜੇ ਮਾਲਕ ਸੀਗੇ ਉਹ ਲੁਧਿਆਣੇ ਵਗੈਰਾ ਜਾਂ ਕਿਤੇ ਹੋਰ ਸ਼ਹਿਰਾਂ 'ਚ ਰਹਿੰਦੇ ਸੀਗੇ। ਉਹ ਇੱਕ ਕੋਠੀ ਨੁਮਾ ਸੀ ਖੇਤ ਦੇ ਵਿੱਚ, ਜਿਹਨੂੰ ਪੁਲਿਸ ਨੇ ਆਪਦੇ ਟੌਰਚਰ ਘਰ ਬਣਾਇਆ ਹੋਇਆ ਸੀਗਾ, ਬਕਾਇਦਾ ਬੈਰੀਅਰ ਲੱਗਿਆ ਸੀ, ਉੱਥੇ ਲਿਜਾਇਆ 100% ਜਿਵੇਂ ਕਹ ਲਈਏ ਵੀ ਨੰਗਾ ਕਰਕੇ। ਉਸ ਤੋਂ ਬਾਅਦ ਕਰੰਟ ਲਾਉਣਾ ਸ਼ੁਰੂ ਕਰਤਾ। ਤੁਹਾਡੇ ਵੀ? ਹਾਂ, ਬੁਰੀ ਤਰ੍ਹਾਂ ਕਰੰਟ ਲਾਇਆ। ਕੀ ਕਹਿੰਦੇ ਸੀ ਤੁਹਾਨੂੰ? ਇਹੀ ਕਿ ਵੀ ਤੂੰ ਮੰਨ, ਤੂੰ ਦੱਸ ਵੀ ਕਤਲ ਤੂੰ ਕੀਤਾ, ਤੂੰ ਕਹਿ, ਐਗਰੀ ਕਰ। ਕਿਹਾ ਤੁਸੀਂ? ਮੈਂ ਕਿੱਥੋਂ ਕਹਿਣਾ ਸੀ? ਕੁੱਟ ਕੇ ਪੁਲਿਸ ਨੇ ਇੱਕ ਬਿਆਨ ਲਿਖ ਲਿਆ ਆਪਣੇ ਤੌਰ ਤੇ, ਉਹਦੇ ਤੇ ਮੇਰੇ ਸਾਈਨ ਕਰਾ ਲਏ। ਕੀ ਲਿਖਿਆ ਸੀ ਉਹਦੇ ਤੇ? ਉਹਦੇ 'ਚ ਇਹੀ ਵੀ ਮੈਂ ਇਹ ਇਕਬਾਲ ਕਰਦਾ ਵਾਂ ਕਿ ਵੀ ਇਹ ਕਤਲ ਮੈਂ ਕੀਤਾ ਵਾ। ਨਹੀਂ ਸੀ ਕੀਤਾ ਤੁਸੀਂ? ਬਿਲਕੁਲ। ਸੱਚ ਬੋਲ ਰਹੇ। ਉਸ ਤੋਂ ਬਾਅਦ ਪਰਨਾ ਬਰਾਮਦੀ ਦਿਖਾਉਂਦੇ ਆ, ਉਹ ਵੀ ਆਪਣੇ ਤੌਰ ਤੇ ਸਾਈਨ ਕਰਾ ਕੇ ਕਿ ਵੀ ਜਿਹੜੇ ਪਰਨੇ ਦੇ ਨਾਲ ਕਤਲ ਕੀਤਾ ਵਾ ਉਹ ਪਰਨਾ ਪੁਲਿਸ ਨੇ ਅੱਜ ਇਕਬਾਲ ਸਿੰਘ ਦੇ ਨਾਲ ਜਾ ਕੇ ਆਪਦੇ ਘਰੋਂ ਬਰਾਮਦ ਕਰ ਲਿਆ ਵਾ। ਕੀ ਕਹਿੰਦੇ ਸੀ ਵੀ ਪਰਨੇ ਨਾਲ ਗਲਾ ਕੁੱਟਿਆ ਕੁੜੀ ਦਾ? ਪਰਨੇ ਨਾਲ ਗਲਾ ਕੁੱਟਿਆ। ਜਿਹੜਾ ਕਾਜ਼ ਆਫ ਡੈਥ ਵੀ ਤਾਂ ਆਇਆ ਹੋਣਾ ਕੁੜੀ ਦਾ ਫਿਰ? ਉਹ ਤਾਂ ਸਾਹ ਰੁਕਣ ਦੇ ਨਾਲ ਮੌਤ ਇਹੀ ਹੋਣਾ ਸੀਗਾ, ਕਿਉਂਕਿ ਉਹ ਜਸਟ ਇੱਕ ਸੁਸਾਈਡ ਸੀਗਾ। ਫਿਰ ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਫਿਰ ਮੈਂ ਜੇਲ੍ਹ ਚਲਾ ਜਾਂਦਾ ਵਾਂ। ਠੀਕ ਹੈ। ਜੇਲ੍ਹ ਦੇ ਵਿੱਚ ਜਾ ਕੇ ਮੈਂ ਜਦੋਂ ਮੈਨੂੰ ਇਸ ਕੁੱਟਮਾਰ ਤੋਂ ਥੋੜਾ ਰਾਹਤ ਮਿਲਦੀ ਆ, ਇਲਾਜ, ਉਸ ਤੋਂ ਬਾਅਦ ਫਿਰ ਮੈਂ RTI ਐਕਟ ਨਵਾਂ ਆਇਆ ਸੀ ਉਦੋਂ ਜੇਲ੍ਹ ਦੇ ਵਿੱਚ 2005 ਦੇ ਵਿੱਚ, ਤੇ 21/7/2005 ਨੂੰ ਮੈਂ ਜੇਲ੍ਹ ਚਲਾ ਜਾਂਦਾ। ਉਸ ਤੋਂ ਬਾਅਦ 2-3 ਮਹੀਨਿਆਂ ਬਾਅਦ ਮੈਨੂੰ ਇੱਥੋਂ ਇੱਕ ਵਕੀਲ ਮਿਲ ਜਾਂਦਾ ਵਾ, ਉਹ ਮੈਨੂੰ RTI ਐਕਟ ਬਾਰੇ ਦੱਸਦਾ ਵਾ। ਉਸ ਐਕਟ ਦੇ ਮੁਤਾਬਕ ਫਿਰ ਮੈਂ ਪਹਿਲੀ ਵਾਰ ਜੇਲ੍ਹ ਦੇ ਵਿੱਚੋਂ ਚਿੱਠੀਆਂ ਲਿਖਣੀਆਂ ਸ਼ੁਰੂ ਕਰਦਾ। RTI ਐਕਟ ਦੇ ਵਿੱਚ ਫਿਰ ਰਾਣਾ ਜੀ ਵੀ ਡੇਲੀ 10 ਚਿੱਠੀਆਂ ਮੈਂ ਲਿਖਦਾ ਸੀਗਾ, ਤੇ 10 ਹੀ ਡੇਲੀ ਮੇਰੇ ਜਵਾਬ ਆਉਂਦੇ ਸੀਗੇ ਹਰ ਰੋਜ਼। ਕਿਹਨੂੰ ਲਿਖਦੇ ਸੀ ਚਿੱਠੀਆਂ? ਮੈਂ ਲਿਖਦਾ ਸੀਗਾ ਪੁਲਿਸ ਡਿਪਾਰਟਮੈਂਟ ਨੂੰ, ਇੰਟੈਲੀਜੈਂਸ ਨੂੰ, ਹੋਮ ਡਿਪਾਰਟਮੈਂਟ ਨੂੰ, ਗਵਰਨਰ ਨੂੰ। ਤੁਸੀਂ ਇਨਫੋਰਮੇਸ਼ਨ ਮੰਗਦੇ ਸੀ? ਇਨਫੋਰਮੇਸ਼ਨ ਮੰਗਦਾ ਸੀ ਉਹ, ਕਿਉਂਕਿ 3 ਮਹੀਨੇ ਬਾਅਦ ਚਲਾਨ ਪੇਸ਼ ਹੋ ਚੁੱਕਿਆ ਸੀ। ਚਲਾਨ ਦੇ ਵਿੱਚ ਇਹ ਗੱਲ ਮੈਨੂੰ ਪੜ੍ਹਨ ਨੂੰ ਮਿਲ ਗਈ ਕਿ ਇਕਬਾਲ ਸਿੰਘ ਨੇ ਆਪਦੇ ਫਾਦਰ ਦੀ ਹਾਜ਼ਰੀ ਦੇ ਵਿੱਚ, ਪਿਤਾ ਦੀ ਹਾਜ਼ਰੀ ਦੇ ਵਿੱਚ ਉਹ ਪਰਨਾ ਬਰਾਮਦ ਕਰਾਇਆ, ਤੇ ਮੇਰੇ ਫਾਦਰ ਦੀ ਮੌਤ ਹੋਈ ਵੀ ਸੀ 1994 ਦੀ, ਉਹਨਾਂ ਦੀ ਜਗ੍ਹਾ ਤੇ ਮੈਂ ਨੌਕਰੀ ਕਰਦਾ ਸੀ। ਮਤਲਬ 10 ਸਾਲ ਬਾਅਦ ਉਹਨਾਂ ਨੇ ਜਿਉਂਦਾ ਦਿਖਾਤਾ, ਕਿਉਂਕਿ ਉਹ ਹੈ ਹੀ ਨਹੀਂ ਸੀ, ਉਹ ਇੱਥੇ ਆਏ ਹੀ ਨਹੀਂ ਹੈਗੇ,
ਬਿਲਕੁਲ ਉਹ ਫਾਦਰ ਦੀ ਮੌਜੂਦਗੀ ਤਾਂ ਕੀ ਹੋਣੀ ਸੀ, ਪਰਨਾ ਕੀ ਹੋਣਾ ਸੀ, ਉਹ ਜਾਣਬੁੱਝ ਕੇ ਪਾਇਆ ਗਿਆ ਸੀ ਸਾਰਾ ਕੁਝ। ਬਿਲਕੁਲ ਨਹੀਂ, ਫਿਰ ਮੈਂ ਇਸ ਗੱਲ ਨੂੰ ਵੀ ਸਾਬਤ ਕਰਨ ਵਾਸਤੇ ਮੈਂ ਥੋੜਾ ਵੱਖਰਾ ਤਰੀਕਾ ਅਪਣਾਇਆ। ਅੱਛਾ। ਮੈਂ ਇੱਕ ਚਿੱਠੀ ਲਿਖਤੀ ਡੀਜੀਪੀ ਨੂੰ ਕਿ ਵੀ 22/7/2005 ਨੂੰ ਪੁਲਿਸ ਦੇ ਕਹਿਣ ਮੁਤਾਬਕ, ਜਿਹਦੀ ਇਸ ਰਿਕਾਰਡ ਦੇ ਮੁਤਾਬਕ ਮੇਰਾ ਪਿਤਾ ਮਲਕੀਤ ਸਿੰਘ ਘਰੇ ਹਾਜ਼ਰ ਮਿਲਿਆ, ਪਰ ਉਸ ਤੋਂ ਬਾਅਦ ਅੱਜ ਤੱਕ ਨਹੀਂ ਮਿਲਿਆ। ਅੱਛਾ। ਤੇ ਫਿਰ ਪੁਲਿਸ ਨੇ ਪੜਤਾਲ ਕਰਕੇ ਇਹ ਰਿਪੋਰਟ ਦਿੱਤੀ ਵੀ ਇਕਬਾਲ ਸਿੰਘ ਦਾ ਪਿਓ ਤਾਂ ਹੈ ਹੀ ਨਹੀਂਗਾ। ਉਹ ਦੋ ਚਿੱਠੀਆਂ ਦੋ ਚੀਜ਼ਾਂ ਹੋ ਗਈਆਂ। ਪਹਿਲੇ ਮੈਂ ਕੰਪੇਅਰ ਕੀਤਾ। ਇੱਕ ਰਿਕਾਰਡ ਦੇ ਵਿੱਚ ਕਹਿ ਰਹੇ ਆ ਕਿ ਪਿਤਾ ਹੈਗੇ ਨੇ, ਦੂਜੇ ਰਿਕਾਰਡ 'ਚ ਪੁਲਿਸ ਹੀ ਕਹਿ ਰਹੀ ਹੈ ਕਿ ਹੈ ਨਹੀਂ। ਪੁਲਿਸ ਹੀ ਝੂਠੀ ਹੋ ਗਈ ਉੱਥੇ। ਬਿਲਕੁਲ, ਕਿਉਂਕਿ ਉਹਨਾਂ ਦੀ ਜਗ੍ਹਾ ਤੇ ਤਾਂ ਮੈਂ ਨੌਕਰੀ ਕਰ ਰਿਹਾ ਸੀਗਾ। ਠੀਕ ਆ, ਤੁਹਾਨੂੰ ਜਿਹੜੀ ਜੌਬ ਮਿਲੀ ਉਹ ਤੁਹਾਡੇ ਪਿਤਾ ਜੀ ਦੀ ਜਗ੍ਹਾ ਤੇ ਮਿਲੀ। ਅੱਛਾ। ਇਹ ਫਿਰ ਕੀ ਹੋਇਆ ਵੀ ਇਸ ਗੱਲ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਹੋਰ ਇਸ ਝੂਠ ਨੂੰ ਬੇਨਕਾਬ ਕਰਾਂ। ਉਹ ਚਿੱਠੀਆਂ ਲਗਾਤਾਰ ਚੱਲਦੀਆਂ ਗਈਆਂ। ਫਿਰ ਮੈਂ ਇਹ ਪੁੱਛਿਆ ਬਈ ਇਹ ਚਲਾਨ ਤੋਂ ਬਾਅਦ ਨਾ ਇੱਕ ਪੁਲਿਸ ਦਾ ਜਿਮਨੀ ਰਿਕਾਰਡ ਹੁੰਦਾ ਵਾ। ਆਮ ਤੌਰ ਤੇ ਜਿਮਨੀ ਰਿਕਾਰਡ ਕਦੇ ਕਿਸੇ ਨੂੰ ਆਰਟੀਆਈ ਦੇ ਵਿੱਚ ਮਿਲਿਆ ਨਹੀਂ। ਮੈਂ ਪਹਿਲਾ ਬੰਦਾ ਸੀ ਜਿਹਨੇ ਆਰਟੀਆਈ ਦੇ ਵਿੱਚ ਜਿਮਨੀ ਰਿਕਾਰਡ ਲਿਆ। ਉਹ ਕੀ ਹੁੰਦਾ? ਕਤਲ ਜਿਮਨੀ ਰਿਕਾਰਡ ਕੀ ਹੁੰਦਾ ਵੀ ਪੁਲਿਸ ਨੇ ਕਿਸੇ ਘਟਨਾ ਤੋਂ ਜਣ ਦੀ ਬਾਅਦ ਡੇ ਬਾਈ ਡੇ ਪੁਲਿਸ ਨੇ ਉਹਦੇ 'ਚ ਕੀ ਕਾਰਵਾਈ ਕੀਤੀ ਆ ਉਹਨੂੰ ਉਹਦੇ 'ਚ ਦਰਜ ਕਰਨਾ ਹੁੰਦਾ, ਮੇਨਟੇਨ ਕਰਨਾ ਹੁੰਦਾ। ਅੱਜ ਕੀ ਹੋਇਆ ਉਹ ਜਿਮਨੀ ਰਿਕਾਰਡ ਕਹਿੰਦੇ ਅਸੀਂ। ਜਿਹੜਾ ਮੇਰੇ ਕੇਸ ਦਾ ਇਹ ਜਿਮਨੀ ਰਿਕਾਰਡ ਸੀ, ਇਹ ਮਤਲਬ ਪਿੱਛੇ ਨੂੰ ਪੁਲਿਸ ਨੇ ਫਰਜ਼ੀ ਤੌਰ ਤੇ ਤਿਆਰ ਕਰ ਲਿਆ। 15 ਦਿਨਾਂ ਬਾਅਦ ਉਹਦੇ 'ਚ 1 ਸਾਲ ਭਰ ਮੇਰੇ ਘਰੇ ਰੇਡਾਂ ਸ਼ੋਅ ਕਰਤੀਆਂ ਤੇ ਰੇਡਾਂ ਮੌਕੇ ਤੇ ਬਣਾ ਲਿਆ। ਇੱਕ ਦਿਨ ਬੈਠ ਕੇ ਜਿਵੇਂ ਆਪਾਂ ਕਹਿੰਦੇ ਵੀ ਤਿਆਰ ਕਰ ਲਿਆ। ਉਹਦੇ ਵਿੱਚ ਪੀਰੀਓਡਿਕਲੀ ਰੇਡਾਂ ਦਿਖਾਤੀਆਂ 15 ਦਿਨ ਫਰਜ਼ੀ 1 ਸਾਲ ਦੇ ਵਿੱਚ। ਬਿਲਕੁਲ ਨਹੀਂ। ਉਹ ਫਿਰ ਕਿੱਥੋਂ ਸਾਬਤ ਹੁੰਦੀ ਇਹ ਗੱਲ? ਇਹ ਫਿਰ ਸਾਬਤ ਹੁੰਦੀ ਆ ਵੀ ਜਦੋਂ ਇਹ ਮੈਂ ਜਿਮਨੀ ਰਿਕਾਰਡ ਕਢਾਇਆ, ਉਸ ਜਿਮਨੀ ਰਿਕਾਰਡ ਦੇ ਵਿੱਚ 15 ਦਿਨਾਂ ਬਾਅਦ ਰੇਡਾਂ ਦਿਖਾਈਆਂ ਕਿ ਵੀ ਮੈਂ ਐਸਐਚਓ ਫਲਾਣੇ ਮੁਲਾਜ਼ਮਾਂ ਦੇ ਨਾਲ ਇਕਬਾਲ ਸਿੰਘ ਦੇ ਘਰੇ ਰੇਡ ਕੀਤਾ ਤੇ ਇਕਬਾਲ ਸਿੰਘ ਦੇ ਘਰੇ ਜਿੰਦਾ ਲੱਗਿਆ ਸੀ। ਜਾਂ ਫਿਰ ਉਹਨੇ ਲਿਖਿਆ ਇਕਬਾਲ ਸਿੰਘ ਦੇ ਘਰੇ ਉਹਦੀ ਮਾਤਾ ਤੇ ਭੈਣ ਮੌਜੂਦ ਸੀਗੇ। ਜਾਂ ਫਿਰ ਲਿਖਤਾ ਕਿ ਇਕਬਾਲ ਸਿੰਘ ਦੇ ਘਰੇ ਉਹਦਾ ਪਿਓ ਮਲਕੀਤ ਸਿੰਘ ਹਾਜ਼ਰ ਮਿਲਿਆ। ਉਹ ਕਹਿੰਦਾ ਕਿ ਵੀ ਮੇਰਾ ਮੁੰਡਾ ਮੈਨੂੰ ਪਤਾ ਨਹੀਂ ਕਿੱਥੇ ਆ, ਜਦੋਂ ਉਹ ਆ ਗਿਆ ਅਸੀਂ ਤੁਹਾਨੂੰ ਦੱਸ ਦਾਂਗੇ। ਠੀਕ ਹੈ। ਇਹ 5 ਥਾਵਾਂ ਤੇ ਮੇਰੇ ਫਾਦਰ ਨੂੰ ਜਿਉਂਦਾ ਦਿਖਾਤਾ ਰੇਡਾਂ ਦੇ ਵਿੱਚ। ਉਹ ਗਲਤ ਸੀਗਾ, ਜਦੋਂ ਕਿ ਉਹ ਤਾਂ ਹੈ ਹੀ ਨਹੀਂ। ਪੁਲਿਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਵੀ ਇਕਬਾਲ ਹੁਣੀ ਕੁੱਲ 5 ਭੈਣ ਭਰਾ ਵਾ। ਅਸਲ ਦੇ ਵਿੱਚ ਉਹ ਸਿਰਫ 2 ਹੀ ਸ਼ੋਅ ਕਰਦੇ ਕਿਉਂਕਿ ਫਰਜ਼ੀ ਸੀ ਸਾਰਾ ਕੁਝ, ਫਰਜ਼ੀ ਤੌਰ ਤੇ। ਅੱਛਾ, ਇਹ ਕਿਵੇਂ ਸਾਬਤ ਹੋਇਆ ਵੀ ਰੇਡਾਂ ਕੀਤੀਆਂ ਕਿ ਨਹੀਂ ਕੀਤੀਆਂ? ਮੈਂ ਫਿਰ ਇਹ ਰਿਕਾਰਡ ਆਰਟੀਆਈ ਦੇ ਵਿੱਚ ਇੱਕ ਚਿੱਠੀ ਲਿਖੀ ਐਸਐਸਪੀ ਨੂੰ ਕਿ ਵੀ ਜਿਹੜੀਆਂ ਇੰਨੀ 100 ਤਰੀਕ ਨੂੰ ਮੇਰੇ ਘਰੇ ਰੇਡਾਂ ਕੀਤੀਆਂ ਵਾ, ਕਿਉਂਕਿ ਰੇਡਾਂ ਸੀ ਕਰੀਬ 40 ਦੇ ਕਰੀਬ 38-40। ਉਹਦੇ ਵਿੱਚ ਮੈਂ ਫਿਰ ਉਹ ਡੇਟਾਂ ਲਿਖ ਕੇ ਸਾਰੀਆਂ ਇਹ ਚਿੱਠੀ ਲਿਖੀ ਵੀ ਇਹ ਰੇਡਾਂ ਕਾਹਦੇ ਤੇ ਕੀਤੀਆਂ, ਵੀ ਕਿਹੜੇ ਵਾਹਨ ਤੇ ਆਏ। ਕਿਉਂਕਿ ਜਿਮਨੀ ਦੇ ਵਿੱਚ ਹੀ ਲਿਖਿਆ ਵਾ ਕਿ ਬਾਸਵਾਰੀ ਸਰਕਾਰੀ ਵਹੀਕਲ ਜਿਪਸੀ ਨੰਬਰ 100 ਬਾਸਵਾਰੀ ਪ੍ਰਾਈਵੇਟ ਵਹੀਕਲ। ਮੈਂ ਪ੍ਰਾਈਵੇਟ ਵਾਲੀ ਅਲੱਗ ਲਿਸਟ ਬਣਾ ਲਈ ਤੇ ਜਿਪਸੀ ਵਾਲੀ ਅਲੱਗ ਬਣਾ ਲਈ। ਹੁਣ ਜਿਪਸੀ ਨੂੰ ਵੀ ਮੈਂ ਝੂਠਾ ਕਰਨਾ ਸੀ। ਮੈਂ ਰੋਜ਼ ਉਹਦੀ ਜਿਪਸੀ ਦੀ ਲੌਗ ਬੁੱਕ ਮੰਗ ਲਈ, ਕਿਉਂਕਿ ਜਿਹੜਾ ਸਰਕਾਰੀ ਵਾਹਨ ਹੁੰਦਾ ਉਹਦੀ ਇੱਕ ਲੌਗ ਬੁੱਕ ਹੁੰਦੀ ਹੈ ਜਿਹੜੀ ਮੇਨਟੇਨ ਕਰਨੀ ਹੁੰਦੀ ਆ ਉਹਦੇ ਡਰਾਈਵਰ ਨੇ, ਵੀ ਅੱਜ ਗੱਡੀ ਇੱਥੇ ਤੋਂ ਇੱਥੇ ਚੱਲੀ, ਇੰਨੇ ਕਿਲੋਮੀਟਰ ਚੱਲੀ। ਬਿਲਕੁਲ। ਉਹਦੇ ਵਿੱਚ ਉਹ ਆਇਆ ਫਿਰ ਰਿਕਾਰਡ ਤੁਹਾਡੇ ਪਿੰਡ ਵਾਲਾ? ਬਿਲਕੁਲ ਨਹੀਂ। ਜਦੋਂ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਦਾ ਵੀ ਜਦੋਂ ਰਿਕਾਰਡ ਆਰਟੀਆਈ ਦੇ ਵਿੱਚ ਆਇਆ, ਲੌਗ ਬੁੱਕ ਆਈ ਜਿਪਸੀ ਦੀ, ਤਾਂ ਉਹਦੇ ਵਿੱਚ ਉਸ ਡੇਟ ਨੂੰ, ਪਾਰਟੀਕੂਲਰ ਡੇਟ ਨੂੰ, ਉਧਰ ਤਾਂ ਮੇਰੇ ਘਰੇ, ਜੇ ਮੇਰੇ ਰਿਕਾਰਡ 'ਚ ਤਾਂ ਮੇਰੇ ਘਰੇ ਜਿਪਸੀ ਜਾਂਦੀ ਆ, ਜਦੋਂ ਕਿ ਲੌਗ ਬੁੱਕ ਦੇ ਵਿੱਚ ਜਿਪਸੀ ਚੰਡੀਗੜ੍ਹ ਤੁਰੀ ਫਿਰਦੀ ਆ ਮੀਟਿੰਗ ਦੇ ਵਿੱਚ, ਜਾਂ ਫਿਰ ਗਸ਼ਤ ਕਰਦੀ ਫਿਰਦੀ ਆ ਝਾਂਸੀ ਰਾਣੀ ਚੌਂਕ ਦੇ ਵਿੱਚ। ਉਸ ਰਿਕਾਰਡ 'ਚ ਤੁਹਾਡੇ ਰੇਡ ਹੀ ਨਹੀਂ ਆਈ, ਕੋਈ ਇੱਕ ਵੀ ਰੇਡ ਨਹੀਂ। ਉਹ ਝੂਠੇ ਸਾਬਤ ਹੋ ਗਏ। ਉਹਦਾ ਮਤਲਬ ਜਿਪਸੀ ਜਿਹੜੀ ਮੇਰੇ ਘਰੇ ਜਾਣੀ ਝੂਠੀ ਹੋ ਗਈ। ਦੂਜੀ ਗੱਲ, ਜਿਹੜੇ ਪ੍ਰਾਈਵੇਟ ਵਹੀਕਲ ਸੀ, ਉਹ ਗੱਲ ਚੱਲਦੀ ਪਹਿਲਾਂ ਤਾਂ ਉਹਨਾਂ ਨੇ ਜਵਾਬ ਦਿੱਤਾ ਵੀ ਇਹ ਰਿਕਾਰਡ ਸਾਡੇ ਕੋਲੇ ਹੈ ਨਹੀਂ, ਕਿਉਂਕਿ ਅਸੀਂ ਕभी ਜਿਹਦੇ ਕੋਲੇ ਹੈਗਾ ਉਧਰ ਨੂੰ ਭੇਜ ਦਿਓ। ਕਹਿੰਦੇ ਜੀ ਉਹ ਐਸਐਚਓ ਸਾਡੇ ਕੋਲੋਂ ਬਦਲ ਕੇ ਪਟਿਆਲੇ ਚਲਿਆ ਗਿਆ, ਅਸੀਂ ਪਟਿਆਲੇ ਨੂੰ ਤੁਹਾਨੂੰ ਚਿੱਠੀ ਟ੍ਰਾਂਸਫਰ ਕਰ ਦਿੰਦੇ ਹਾਂ। ਐਸਐਸਪੀ ਪਟਿਆਲਾ ਨੇ ਫਰਦਰ ਅੱਗੇ ਉਹਨੂੰ ਰਿਕਮੈਂਡ ਕਰਤੀ। ਉਸ ਟਾਈਮ ਨਾਭੇ ਐਸਐਚਓ ਲੱਗਿਆ ਸੀ। ਉਸ ਤੋਂ ਬਾਅਦ ਕੀ ਹੁੰਦਾ ਵਾ ਵੀ ਉਹਨੇ ਨਾ ਕੀਤੀ, ਇਹ ਸਾਡਾ ਜੀ ਗੁਪਤ ਰਿਕਾਰਡ ਹੁੰਦਾ ਵਾ। ਗੱਲ ਸੂਚਨਾ ਕਮਿਸ਼ਨ ਦੇ ਚਲੀ ਗਈ। ਮੈਂ ਸੂਚਨਾ ਕਮਿਸ਼ਨ ਦੇ ਦਲੀਲ ਦਿੱਤੀ ਕਿ ਇਹ ਗੁਪਤ ਰਿਕਾਰਡ ਨਹੀਂ ਜੀ, ਇਹ ਮੇਰੀ ਜ਼ਿੰਦਗੀ ਦਾ ਸਵਾਲ ਆ, ਮੈਨੂੰ ਇਹ ਪਤਾ ਲੱਗਣਾ ਚਾਹੀਦਾ। ਮੇਰੇ ਘਰੇ ਤਾਂ ਰੇਡ ਇੱਕ ਵੀ ਨਹੀਂ ਮਾਰੀ। ਉਹ ਜੱਜ ਨੇ, ਸੂਚਨਾ ਕਮਿਸ਼ਨ ਨੇ ਉਹਨੂੰ ਕਿਹਾ, ਆਰਡਰ ਕੀਤਾ ਵੀ ਦਿਓ ਜਵਾਬ। ਜਦੋਂ ਜਵਾਬ ਆਇਆ ਤਾਂ ਉਹਨੇ ਖੜਾ ਛਡਾਉਣ ਵਾਸਤੇ ਆਪਦੇ ਉਸ ਟਾਈਮ ਦੇ ਗਨਮੈਨਾਂ ਦੇ ਮੋਟਰਸਾਈਕਲ ਤੇ, ਇੱਕ ਸਕੂਟਰ ਤੇ ਇੱਕ ਕਾਰ ਦਾ ਨੰਬਰ ਲਿਖ ਕੇ ਲਿਸਟ ਬਣਾ ਕੇ ਫੜਾਤੀ। ਸੂਚਨਾ ਕਮਿਸ਼ਨ ਮੈਨੂੰ ਕਹਿੰਦਾ ਜੀ, ਸਾਨੂੰ ਕਹਿੰਦਾ ਵੀ ਲਿਸਟ ਸੂਚਨਾ ਮਿਲ ਗਈ। ਅਸੀਂ ਆਖਿਆ ਜੀ ਮਿਲ ਗਈ, ਪਰ ਮੈਨੂੰ ਪਤਾ ਸੀ ਵੀ ਇਹ ਝੂਠੀ ਆ, ਪਰ ਸਾਬਤ ਕਰਨਾ ਸੀ। ਮੈਂ ਫਿਰ ਟਰਾਂਸਪੋਰਟ ਕਮਿਸ਼ਨ ਪੰਜਾਬ ਨੂੰ ਇੱਕ ਚਿੱਠੀ ਲਿਖੀ ਕਿ ਇੰਨਾ 100 ਵਹੀਕਲ ਦੀ
ਆਰਸੀਆਂ ਦਿੱਤੀਆਂ ਜਾਣ। ਜਦੋਂ ਆਰਸੀਆਂ ਮੇਰੇ ਕੋਲੇ ਆਈਆਂ ਤੇ ਹੈਰਾਨੀ ਵਾਲੀ ਗੱਲ ਹੋਈ ਹੂੰ ਕਿ ਰੇਡਾਂ 2004 ਦੀਆਂ 5 ਦੀਆਂ ਤੇ ਏਜੰਸੀ ਚੋਂ ਮੋਟਰਸਾਈਕਲ ਸਕੂਟਰ ਨਿਕਲਦੇ ਆ 2006 ਚ। ਅੱਛਾ। ਜਾਣੀ ਦੀ ਵਹੀਕਲ ਏਜੰਸ ਧਰਤੀ ਤੇ ਜੰਮੇ ਹੀ ਨਹੀਂ, ਆਏ ਹੀ ਨਹੀਂ ਹੂੰ ਤੇ ਇੱਧਰ ਰੇਡਾਂ ਵੀ ਵੱਜ ਗਈਆਂ। ਮਤਲਬ ਉਹ ਫਰਜ਼ੀ ਸੀਗਾ ਸਾਰਾ ਕੁਛ। ਫਰਜ਼ੀ। ਹੋਰ ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸਦਾ, 2 ਮੋਟਰਸਾਈਕਲ ਤਾਂ ਜਗਰਾਉਂ ਨੰਬਰ ਦੇ ਇਸ ਹਿਸਾਬ ਨਾਲ ਫਰਜ਼ੀ ਨਿਕਲੇ ਕਿ ਵੀ ਰੇਡਾਂ ਤੋਂ ਪਹਿਲਾਂ ਦੀਆਂ ਤੇ ਉਹ ਬਾਅਦ ਦੇ ਵਿੱਚ ਬਾਅਦ ਚੋਂ ਲਾਂਚ ਤੇ ਹੁੰਦੇ। ਜਿਹੜਾ ਸਕੂਟਰ ਸੀ ਉਹ ਲਾਂਭਣਾ ਕੋਲੇ ਇੱਕ ਪਿੰਡ ਦਾ ਸੀ ਕਿਸੇ ਬੰਦੇ ਦੇ। ਅਸੀਂ ਉਹਦੇ ਘਰੇ ਜਦੋਂ ਪੜਤਾਲ ਕੀਤੀ ਉਹ ਕਹਿੰਦੇ ਜੀ ਇਹ ਸਕੂਟਰ ਤਾਂ ਬਹੁਤ ਟਾਈਮ ਪਹਿਲਾਂ ਸਾਡੇ ਰਿਸ਼ਤੇਦਾਰ ਭੁੱਚੋ ਮੰਡੀ ਅਸੀਂ ਉਹਨਾਂ ਨੂੰ ਵੇਚਤਾ ਸੀ। ਜਦੋਂ ਭੁੱਚੋ ਵਾਲਿਆਂ ਤੋਂ ਪਤਾ ਕੀਤਾ ਉਹ ਕਹਿੰਦੇ ਜੀ ਅਸੀਂ ਤਾਂ ਕੁਆੜੀਆਂ ਨੂੰ ਵੇਚਦਾ ਸੀ। ਜਣ ਦੀ ਸਕੂਟਰ ਕੁਆੜੀਆਂ ਨੂੰ ਵੇਚ ਚੁੱਕਿਆ ਵਾ ਤੇ ਇੱਧਰ ਰੇਟਾਂ। ਮਤਲਬ ਰੇਡ ਵਾਲੀ ਗੱਲ ਵੀ ਬਿਲਕੁਲ ਝੂਠੀ ਸਾਬਤ ਹੋ ਗਈ। ਹੋਰ ਕਿਹੜੀ ਗੱਲਾਂ ਝੂਠੀਆਂ ਸਾਬਤ ਹੋਈਆਂ? ਇੱਕ ਤੁਹਾਡੇ ਪਿਤਾ ਜੀ ਦੀ ਜਿਹੜੀ ਜਿਉਣੇ ਵਾਲੀ ਗੱਲ ਸੀਗੀ ਉਹ ਝੂਠੀ ਸਾਬਤ ਹੋ ਗਈ, ਇੱਕ ਤੁਹਾਡੇ ਰੇਡਾਂ ਵਾਲੀ ਗੱਲ ਜਿਹੜੀ ਉਹ ਝੂਠੀ ਸਾਬਤ ਹੋ ਗਈ। ਹੋਰ ਕਿਹੜੀਆਂ ਗੱਲਾਂ ਝੂਠੇ ਸਾਬਤ? ਇੰਟੈਲੀਜੈਂਸ ਨੇ 2006 ਦੇ ਵਿੱਚ ਜਦੋਂ ਮਤਲਬ ਸਾਨੂੰ ਅਰੈਸਟ ਕਰ ਲਿਆ ਗਿਆ, ਉਸ ਟਾਈਮ ਦੇ ਮੀਡੀਆ ਦੇ ਵਿੱਚ ਇੱਕ ਜਿਵੇਂ ਕਹ ਲਈਏ ਵੀ ਅਟਰੈਕਟਿਵ ਸਟੋਰੀ ਬਣਾ ਕੇ ਇਸ ਜਿਹੜੇ SHO ਨੇ ਕਿਸੇ ਇੱਕ ਗੰਭੀਰ ਸਾਜ਼ਿਸ਼ ਅਧੀਨ ਇਹਨੂੰ ਉਭਾਰਿਆ ਤਾਂ ਚਰਚਾ ਦੇ ਵਿੱਚ ਆਈ ਗੱਲ। ਤਾਂ ਇੰਟੈਲੀਜੈਂਸ ਡਿਪਾਰਟਮੈਂਟ ਨੇ ਆਪਣੀ ਇੱਕ ਗੁਪਤ ਪੜਤਾਲ ਕੀਤੀ। ਸੰਵੇਦਨਸ਼ੀਲ ਮਾਮਲਿਆਂ ਦੀ ਕਈ ਵਾਰ ਇੰਟੈਲੀਜੈਂਸ ਗੁਪਤ ਪੜਤਾਲਾਂ ਕਰਕੇ ਆਪਣੀਆਂ ਰਿਪੋਰਟਾਂ ਭੇਜਦੀ ਆ। 2010 ਦੇ ਵਿੱਚ RTI ਦੇ ਵਿੱਚ ਸਾਡੀ ਉਹ ਰਿਪੋਰਟ ਹੱਥ ਲੱਗੀ। RTI ਦੇ ਵਿੱਚ 300 ਚਿੱਠੀਆਂ ਸਾਨੂੰ ਲਿਖਣੀਆਂ ਪਈਆਂ RTI ਦੇ ਵਿੱਚ ਵੱਖ-ਵੱਖ ਢੰਗ ਤਰੀਕੇ ਨਾਲ, ਤਾਂ ਜਾ ਕੇ ਸਾਨੂੰ ਰਿਪੋਰਟ ਮਿਲੀ। ਉਹ ਰਿਪੋਰਟ ਦੇ ਵਿੱਚ ਕੀ ਲਿਖਿਆ ਹੋਇਆ ਵਾ? ਪੜਤਾਲੀ ਅਫਸਰ ਆਪਣੀ ਗੁਪਤ ਰਿਪੋਰਟ ਜਾਰੀ ਕਰਦਾ ਵਾ ਕਿ ਵੀ ਆਹ ਜਿਹੜੇ ਮਰਡਰ ਦਾ ਕੇਸ ਦਾ ਚਰਚਾ ਦੇ ਵਿੱਚ ਆ, ਅਸਲ ਦੇ ਵਿੱਚ ਇਹ ਕੁਝ ਵਾਪਰਿਆ ਹੀ ਨਹੀਂ। ਅੱਛਾ, ਉਹ ਜਿਹੜੀ ਗੁਪਤ ਰਿਪੋਰਟ ਆ ਉਹਦੇ ਵਿੱਚ ਕਹਿ ਰਹੇ ਕਿ ਨਹੀਂ ਵਾਪਰਿਆ, ਇਹ ਕੁਝ ਵਾਪਰਿਆ ਹੀ ਨਹੀਂ। ਇਹ SHO ਨੇ, ASI ਨੇ ਤੇ ਸਰਪੰਚ ਤੇ ਮੈਂਬਰ ਨੇ, ਚਾਰਾਂ ਨੇ ਇੱਕ ਸਾਜ਼ਿਸ਼ ਅਧੀਨ ਇਸ ਪਰਿਵਾਰ ਨੂੰ ਨਜਾਇਜ਼ ਫਸਾ ਕੇ ਇਹਦੇ ਜੇਲ੍ਹ ਦੇ ਵਿੱਚ ਭੇਜਿਆ। ਇੱਕ ਪਾਸੇ ਤੁਹਾਨੂੰ ਜੇਲ੍ਹ ਕੱਟਣੀ ਪਈ 3 ਸਾਲ, ਬਾਅਦ ਚ ਚਲੋ ਬਰੀ ਹੋਏ, ਪਰ ਇੱਕ ਵਾਰ ਤਾਂ ਜਾਣਾ ਪਿਆ। ਤੁਹਾਡਾ ਪਰਿਵਾਰ ਉਜੜ ਗਿਆ, ਤੁਹਾਡੇ ਭੈਣ ਨੂੰ ਕਰੰਟ ਲੈ ਗਿਆ, ਉਹ ਅੱਜ ਵੀ ਮੰਜੇ ਤੇ ਹੈ। ਤੇ ਦੂਜੇ ਪਾਸੇ ਗੁਪਤ ਰਿਪੋਰਟ 'ਚ ਜਾ ਰਿਹਾ ਕਿ ਇਹ ਮਰਡਰ ਹੋਇਆ ਹੀ ਨਹੀਂ, ਇਹ ਸਾਜ਼ਿਸ਼ ਸੀਗੀ। ਤੁਸੀਂ ਹੈਰਾਨੀ ਵਾਲੀ ਗੱਲ ਦੇਖੋ ਵੀ ਗੁਪਤ ਰਿਪੋਰਟ ਇੰਟੈਲੀਜੈਂਸ ਲੁਧਿਆਣੇ ਡਿਪਾਰਟਮੈਂਟ ਵੱਲੋਂ ADGP ਇੰਟੈਲੀਜੈਂਸ ਨੂੰ ਭੇਜੀ ਜਾ ਰਹੀ ਆ। ADGP ਇੰਟੈਲੀਜੈਂਸ ਫਰਦਰ DGP ਜਾਂ ADGP IVC ਇੰਟਰਨਲ ਵਿਜੀਲੈਂਸ ਸੈੱਲ ਉਹਨੂੰ ਭੇਜ ਰਿਹਾ ਵਾ ਫਰਦਰ ਨੈਸੈਸਰੀ ਐਕਸ਼ਨ ਵਾਸਤੇ। ਇੱਧਰੋਂ ਤਾਂ ਇਹ ਭੇਜਿਆ ਜਾ ਰਿਹਾ ਕਿ ਇਹਨਾਂ ਚਾਰਾਂ ਬੰਦਿਆਂ ਤੇ ਕਾਰਵਾਈ ਕਰੋ। ਇੱਧਰ ਪੁਲਿਸ, ਲੋਕਲ ਪੁਲਿਸ ਕੀ ਕਰ ਰਹੀ ਆ? ਛੇਤੀ ਛੇਤੀ ਚਲਾਨ ਬਣਾ ਕੇ ਅਦਾਲਤ ਨੂੰ ਦੇ ਰਹੀ ਹੈ ਵੀ ਇਹਨਾਂ ਨੂੰ ਸਜ਼ਾ ਕਰੋ। ਤੇ ਗਾਂ ਕੀ ਹੁੰਦਾ ਵਾ? ਸਜ਼ਾ ਤਾਂ ਕੀ ਹੋਣੀ ਸੀ, ਕਿਉਂਕਿ ਰਿਕਾਰਡ ਸਾਰਾ ਸਾਬਤ ਕਰਦਾ ਸੀ ਵੀ ਝੂਠੇ ਆ। ਅਦਾਲਤ 'ਚ ਸਾਬਤ ਨਹੀਂ ਹੋਇਆ। ਅਦਾਲਤ ਦੇ ਵਿੱਚ ਬਿਲਕੁਲ ਨਹੀਂ। ਦੋਨੇ ਗਵਾਹ ਮੁੱਕਰ ਕੇ ਹਸਟਾਈਲ ਕਰਾਰ ਦੇਤਾ। ਉਹ ਜਦੋਂ ਵਕੀਲ ਨੇ ਕ੍ਰਾਸ ਕੀਤਾ, ਸਾਡੇ ਨੇ ਸੰਗਰੂਰ ਤੋਂ ਸਾਡੇ ਐਡਵੋਕੇਟ ਸੀਗੇ, ਬੜੇ ਸੀਨੀਅਰ ਐਡਵੋਕੇਟ ਆ, ਉਹਨਾਂ ਨੇ ਜਦੋਂ ਕ੍ਰਾਸ ਕੀਤਾ ਤਾਂ ਉਹਦੇ ਵਿੱਚ ਉਹ ਬਿਲਕੁਲ ਝੂਠੇ ਸਾਬਤ ਹੋ ਗਏ। ਫਿਰ ਪੁਲਿਸ ਨੇ ਇੱਕ ਹੋਰ ਕਹਾਣੀ ਘੜੀ 2008 ਦੇ ਵਿੱਚ ਇੱਕ ਨਵੀਂ ਐਪਲੀਕੇਸ਼ਨ ਜੱਜ ਨੂੰ ਦੇਤੀ ਕਿ ਜੀ ਇਹਨਾਂ ਦੇ ਖਿਲਾਫ ਹੋਰ ਸਬੂਤ ਮਿਲੇ ਆ। ਉਹ SSP ਦਫ਼ਤਰ ਜਗਰਾਉਂ ਦੇ ਵਿੱਚ ਫਾਈਲਾਂ 'ਚ ਦੱਬੇ ਰਹਿ ਗਏ ਸੀ, ਉਹ ਸਾਨੂੰ ਹੁਣ ਲੱਭੇ ਆ। ਕੀ ਸਬੂਤ ਸੀ? ਉਹ ਸਬੂਤ ਕੀ ਸੀ ਬਈ? ਜਿਹਦੇ ਵਿੱਚ ਇਹ ਲਿਖਿਆ ਸੀ ਕਿ 31/7/2004 ਨੂੰ ਇਕਬਾਲ ਸਿੰਘ ਆਪਣੇ ਸਕੂਲ ਨਹੀਂ ਸੀ ਗਿਆ। ਇਸ ਕਰਕੇ ਸਾਬਤ ਹੁੰਦਾ ਵਾ ਕਿ ਵੀ ਇਹ ਕਤਲ ਇਹਨੇ ਕੀਤਾ ਵਾ। ਅੱਛਾ, ਇਸ ਗੱਲ ਨਾਲ ਇਹ ਸਾਬਤ ਹੋ ਗਿਆ ਵੀ ਉੱਥੇ ਤੁਹਾਡੀ ਹਾਜ਼ਰੀ ਸੀ ਫਿਰ ਸਕੂਲ 'ਚ? 31/7/2004 ਨੂੰ ਸ਼ਹੀਦ ਊਧਮ ਸਿੰਘ ਦੀ ਛੁੱਟੀ ਹੁੰਦੀ ਆ ਤੇ ਸਕੂਲ ਕੋਈ ਵੀ ਨਹੀਂ ਹੁੰਦਾਗਾ, ਤੇ ਮੈਂ ਵੀ ਕੀ ਹੋਣਾ ਸੀ। ਉਹ ਗੱਲ ਵੀ ਝੂਠੀ ਸਾਬਤ ਹੋ ਗਈ। ਉਸ ਤੋਂ ਬਾਅਦ ਇੱਕ ਹੋਰ ਫਰਜ਼ੀ ਚਿੱਠੀਆਂ ਲਿਖੀਆਂ ਗਈਆਂ, ਪੁਲਿਸ ਨੇ ਆਪ ਹੀ ਲਿਖ ਕੇ ਅਦਾਲਤ ਦੇ ਵਿੱਚ ਦੇ ਦਿੱਤੀਆਂ ਕਿ ਜੀ ਇਹ ਚਿੱਠੀਆਂ ਦੇ ਵਿੱਚ ਲਿਖਿਆ ਹੋਇਆ ਵੀ ਇਕਬਾਲ ਸਿੰਘ ਇਸ ਕਤਲ ਲਈ ਜ਼ਿੰਮੇਵਾਰ ਆ। ਉਹ ਚਿੱਠੀਆਂ ਕਿਹਦੀਆਂ ਸੀ? ਉਹ ਚਿੱਠੀਆਂ ਕੁਛ ਫਰਜ਼ੀ ਤੌਰ ਤੇ ਕੁਛ ਐਡਰੈਸ ਲਿਖ ਕੇ ਆਪ ਹੀ ਸਾਈਨ ਕਰਕੇ ਉਹ ਪਾ ਲਈਆਂ, ਪਰ ਉਹ ਅਦਾਲਤ ਦੇ ਵਿੱਚ ਚਲੀਆਂ ਗਈਆਂ ਚਿੱਠੀਆਂ। ਅਦਾਲਤ ਦੇ ਜੱਜ ਨੇ ਸਾਡੇ ਵਕੀਲ ਨੂੰ ਫੜਾਤੀਆਂ ਤੇ ਮੇਰੇ ਵਕੀਲ ਤੋਂ ਮੈਂ ਲੈ ਲਈਆਂ। ਮੈਂ ਘਰੇ ਆ ਕੇ ਉਹ ਚਿੱਠੀਆਂ ਪੜ੍ਹੀਆਂ ਕਿ ਚਿੱਠੀਆਂ 2003-04 ਦੀਆਂ। ਅੱਜ ਅਦਾਲਤ ਦੇ ਵਿੱਚ ਕਦੋਂ ਦਿੱਤੀਆਂ ਜਾ ਰਹੀਆਂ? 8 ਦੇ ਵਿੱਚ। ਮੈਂ ਆ ਕੇ ਇੱਕ ਨਵੀਂ ਚਿੱਠੀ SSP ਜਗਰਾਉਂ ਨੂੰ ਲਿਖਤੀ ਕਿ ਚਿੱਠੀ ਨੰਬਰ ਇੰਨਾ, ਚਿੱਠੀ ਨੰਬਰ ਇੰਨਾ, ਚਿੱਠੀ ਨੰਬਰ ਇਹਨਾਂ ਦੀਆਂ ਨਕਲਾਂ ਮੈਨੂੰ ਦਿੱਤੀਆਂ ਜਾਣ। SSP ਦਫ਼ਤਰ ਦਾ ਜਵਾਬ ਆ ਗਿਆ ਕਿ ਇਹ ਰਿਕਾਰਡ ਤਾਂ ਸਾਡੇ ਕੋਲ ਹੈ ਹੀ ਨਹੀਂ। ਝੂਠੀਆਂ ਸੀ ਫਿਰ ਉਹ? ਨਹੀਂ, ਹੈ ਹੀ ਨਹੀਂ।
ਰਿਕਾਰਡ 'ਚ ਹੀ ਹੈ ਨਹੀਂ ਕਿਤੇ, ਇਹ ਚਿੱਠੀਆਂ ਹੀ ਹੈ ਨਹੀਂ। ਮੈਂ ਕਿਹਾ ਜੀ ਚਿੱਠੀਆਂ ਤੁਹਾਡੇ ਕੋਲੇ ਹੈਗੀਆਂ ਵਾ। ਆਰਟੀਆਈ ਐਕਟ ਦੇ ਮੁਤਾਬਕ ਐਸਐਸਪੀ ਜੇਕਰ ਜਵਾਬ ਤੋਂ ਅਸੀਂ ਸੈਟੀਸਫਾਈ ਨਹੀਂ ਤਾਂ ਆਈਜੀ ਨੂੰ ਅਪੀਲ ਕਰਨੀ ਹੁੰਦੀ, ਜਿਹਨੂੰ ਅਸੀਂ ਪਹਿਲੀ ਅਪੀਲ ਕਹਿੰਦੇ ਹਾਂ। ਮੈਂ ਪਹਿਲੀ ਅਪੀਲ ਕੀਤੀ ਆਈਜੀ ਜਲੰਧਰ ਨੂੰ ਕਿ ਆਈਜੀ ਸਾਹਿਬ ਆਹ ਚਿੱਠੀਆਂ ਦਾ ਮੈਂ ਰਿਕਾਰਡ ਮੰਗਿਆ ਵਾ, ਐਸਐਸਪੀ ਦਫ਼ਤਰ ਕਹਿ ਰਿਹਾ ਚਿੱਠੀਆਂ ਹੈ ਨਹੀਂ। ਪਰ ਜਦੋਂ ਕਿ ਇਹ ਚਿੱਠੀਆਂ ਇੱਕ ਕਤਲ ਕੇਸ ਨਾਲ ਸੰਬੰਧਿਤ ਹਨ, ਇਹ ਚਿੱਠੀਆਂ ਹੋਣੀਆਂ ਚਾਹੀਦੀਆਂ ਵਾ, ਆਰਡਰ ਕਰੋ ਇਹਨਾਂ ਨੂੰ ਚਿੱਠੀਆਂ ਮੈਨੂੰ ਦੇਣ। ਆਈਜੀ ਨੇ ਆਰਡਰ ਕਰਤਾ। ਉਹ ਫਿਰ ਕਹਿੰਦੇ ਜੀ ਅਸੀਂ ਬਕਾਇਦਾ ਪੜਤਾਲ ਕੀਤੀ ਆ, ਇਹ ਤਾਂ ਰਿਕਾਰਡ ਅਸੀਂ ਸਾੜਤਾ 2000, ਇਹ ਨਹੀਂ ਮਤਲਬ 2004 ਸਨ ਦਾ ਰਿਕਾਰਡ ਤਾਂ ਆਲਰੇਡੀ ਡਿਸਟਰਾਏ ਹੋ ਚੁੱਕਾ, ਤਲਫ ਹੋ ਚੁੱਕਿਆ ਬਕਾਇਦਾ ਕਾਨੂੰਨੀ ਤੌਰ ਤੇ। ਇਸ ਕਰਕੇ ਤਾਂ ਰਿਕਾਰਡ ਹੀ ਹੈ ਹੀ ਨਹੀਂਗਾ ਤੇ ਚਿੱਠੀਆਂ ਅਸੀਂ ਕਿੱਥੋਂ ਦਈਏ। ਮੈਂ ਸੂਚਨਾ ਕਮਿਸ਼ਨ ਕੋਲੇ ਚਲਾ ਗਿਆ। ਸੂਚਨਾ ਕਮਿਸ਼ਨ ਨੂੰ ਮੈਂ ਕਿਹਾ ਕਿ ਜੀ ਇਹ ਬਿਲਕੁਲ ਝੂਠ ਬੋਲਦੇ ਆ, ਰਿਕਾਰਡ ਇਹਨਾਂ ਕੋਲੇ ਹੈਗਾ, ਇਹ ਜਾਣ ਕੇ ਨਹੀਂ ਦਿੰਦੇ। ਉਹ ਕਹਿੰਦੇ ਜੀ ਤੁਹਾਨੂੰ ਕਿਵੇਂ ਪਤਾ? ਮੈਂ ਕਿਹਾ ਜੀ ਆਹ ਦੇਖੋ ਅਦਾਲਤ ਦੇ ਵਿੱਚ ਇੰਨੀ ਤਰੀਕ ਨੂੰ ਇਹਨਾਂ ਨੇ ਇਹ ਚਿੱਠੀਆਂ ਐਪਲੀਕੇਸ਼ਨ ਦਿੱਤੀ ਆ ਕਿ ਇਹ ਰਿਕਾਰਡ ਸਾਡੇ ਐਸਐਸਪੀ ਦਫ਼ਤਰ ਦੇ ਵਿੱਚੋਂ ਸਾਨੂੰ ਹੁਣ ਲੱਭਿਆ ਵਾ। ਤੇ ਫਿਰ ਪਤਾ ਕੀ ਹੋਇਆ ਜੀ ਰਾਣਾ ਜੀ, ਸੂਚਨਾ ਕਮਿਸ਼ਨ ਨੇ ਆਰਡਰ ਕਰਤਾ ਵੀ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ, ਤੁਹਾਡਾ ਐਸਐਚਓ ਅਦਾਲਤ ਦੇ ਵਿੱਚ ਜਾ ਕੇ ਕਹਿ ਰਿਹਾ ਵਾ ਕਿ ਰਿਕਾਰਡ ਸਾਨੂੰ ਹੁਣ ਲੱਭਿਆ ਵਾ, ਤੁਸੀਂ ਕਹਿੰਦੇ ਸਾਡੇ ਕੋਲ ਰਿਕਾਰਡ ਹੀ ਹੈ ਨਹੀਂ। ਫਿਰ ਇੱਕ ਐਸਪੀ ਪ੍ਰੀਤਮ ਸਿੰਘ ਸੀ ਇੱਥੇ, ਉਹਦੀ ਪੜਤਾਲ ਲੱਗ ਗਈ ਬਈ ਪੜਤਾਲ ਕਰ, ਗੱਲ ਕੀ ਆ, ਰੌਲਾ ਕੀ ਆ ਇਹ। ਗੁਰਪ੍ਰੀਤ ਸਿੰਘ ਭੁੱਲਰ ਐਸਐਸਪੀ ਸੀ, ਅੱਜ ਕੱਲ੍ਹ ਆਈਜੀ ਨੇ। ਉਹਨਾਂ ਨੇ ਜਦੋਂ ਪੜਤਾਲ ਕੀਤੀ ਤਾਂ ਪ੍ਰੀਤਮ ਸਿੰਘ ਐਸਪੀ ਨੇ ਆਪਦੀ ਰਿਪੋਰਟ ਦਿੱਤੀ ਕਿ ਵੀ ਇਹ ਗੱਲ ਸੱਚ ਆ, ਰਿਕਾਰਡ ਹੈ ਨਹੀਂਗਾ। ਪਰ ਇਹਨਾਂ 3 ਪੁਲਿਸ ਅਫਸਰਾਂ ਨੇ ਇਹ ਰਿਕਾਰਡ ਤਿਆਰ ਕਰਕੇ ਅਦਾਲਤ ਦੇ ਵਿੱਚ ਦੇਤਾ। ਪਰ ਉਹਨਾਂ ਨੇ ਆਪਦੇ ਪੁਲਿਸ ਮੁਲਾਜ਼ਮ ਨੂੰ ਬਚਾਉਣ ਵਾਸਤੇ ਇਹ ਗੱਲ ਕਹੀ ਕਿ ਜੀ ਰਿਕਾਰਡ ਪਹਿਲਾਂ ਦੇਤਾ, ਸਾਂਭਿਆ ਨਹੀਂ। ਗੱਲ ਇਹ ਬਣਾ। ਅੱਛਾ, ਇੰਨੀਆਂ ਤੁਸੀਂ ਝੂਠ ਜਿਹੜੇ ਨੇ ਬੇਨਕਾਬ ਕਰਤੇ ਪੁਲਿਸ ਦੇ, ਤੇ ਪਰ ਕਿੰਨੀਆਂ ਚਿੱਠੀਆਂ ਲਿਖੀਆਂ ਤੁਸੀਂ ਜੇਲ੍ਹ ਦੇ ਵਿੱਚ? ਹੁਣ ਤੱਕ ਕੋਈ 30-35 ਹਜ਼ਾਰ ਚਿੱਠੀਆਂ ਮੈਂ ਲਿਖ ਚੁੱਕਿਆ ਵਾਂ। 30-35 ਹਜ਼ਾਰ ਚਿੱਠੀਆਂ ਲਿਖ ਚੁੱਕਿਆ ਵਾਂ ਤੇ 16 ਸਾਲ ਲੰਘੇ ਨੇ, ਅਜੇ ਤੱਕ ਇਨਸਾਫ ਆ ਜਿਹੜਾ ਉਹ ਊਠ ਦੇ ਬੁੱਲ ਵਾਂਗੂ ਲਮਕ ਰਿਹਾ ਵਾ। ਜਿਹੜੇ ਪੁਲਿਸ ਅਧਿਕਾਰੀਆਂ ਦੀ ਤੁਸੀਂ ਗੱਲ ਕਰਦੇ ਹੋ, ਕੋਈ ਕਾਰਵਾਈ ਉਹਨਾਂ ਤੇ ਹੋਈ? ਨਹੀਂ ਜੀ, ਨੈਸ਼ਨਲ ਕਮਿਸ਼ਨ ਨੇ ਆਰਡਰ ਕਰਤਾ, ਇੰਟੈਲੀਜੈਂਸ ਨੇ ਆਰਡਰ ਕਰਤਾ, ਕ੍ਰਾਈਮ ਬ੍ਰਾਂਚ ਨੇ ਆਰਡਰ ਕਰਤਾ, ਹੋਮ ਸੈਕਟਰੀ ਦਫ਼ਤਰ ਨੇ ਆਰਡਰ ਕਰਤਾ, ਬਸ ਆਰਡਰ ਹੀ ਆਰਡਰ ਨੇ। ਨਹੀਂ ਉਹ ਫਿਰ ਕਿਉਂ ਨਹੀਂ ਇੰਪਲੀਮੈਂਟ ਕਿਉਂ ਨਹੀਂ ਹੋ ਰਿਹਾ? ਆਰਡਰ ਆਉਂਦੇ ਨੇ, ਮੌਕੇ ਦੇ ਜਿਹੜੇ ਪੁਲਿਸ ਅਫਸਰ ਨੇ, ਜਾਣੀ ਦੀ ਐਸਐਸਪੀ ਤੇ ਐਸਐਚਓ ਡੀਐਸਪੀ ਕਹਿ ਲਈਏ, 3 ਅਥਾਰਟੀਆਂ ਵਾ ਕਿਸੇ ਪਰਚ ਐਫਆਈਆਰ ਲਈ। ਜਦੋਂ ਕਿ ਕਾਨੂੰਨ ਇਹ ਕਹਿੰਦਾ ਵੀ ਜਿਹੜੇ ਕੋਗਨੀਜੇਬਲ ਅਫੈਂਸ ਨੇ ਨਾ, ਉਹਨਾਂ ਦੇ ਵਿੱਚ ਪਹਿਲਾਂ ਐਫਆਈਆਰ ਹੋਣੀ ਚਾਹੀਦੀ ਆ ਤੇ ਬਾਅਦ ਵਿੱਚ ਇਨਵੈਸਟੀਗੇਸ਼ਨ ਹੋਣੀ ਹੁੰਦੀ ਹੋਏ। ਪਰ ਮੇਰੇ ਕੇਸ ਦੇ ਵਿੱਚ ਇਹ ਕੋਗਨੀਜੈਂਸ ਹੋਣ ਦੇ ਕੋਗਨੀਜੇਬਲ ਹੋਣ ਦੇ ਬਾਵਜੂਦ ਇਹਦੇ ਵਿੱਚ ਪੜਤਾਲਾਂ ਪਹਿਲਾਂ ਹੋ ਗਈਆਂ, ਆਰਡਰ ਵੀ ਹੋ ਗਏ, ਪਰ ਪਰਚਾ ਦਰਜ ਨਹੀਂ ਹੋ ਰਿਹਾ। ਤੁਸੀਂ ਫਿਰ ਇਸ ਮਾਮਲੇ 'ਚ ਅਦਾਲਤ 'ਚ ਨਹੀਂ ਜਾ ਸਕਦੇ ਕਿ ਉਹਨਾਂ ਹੁਕਮਾਂ ਨੂੰ ਲੈ ਕੇ ਕਿਹਾ ਹੁਕਮ ਸੀਗੇ ਦਿੱਤੇ ਹੋਏ, ਇਹ ਲਾਗੂ ਨਹੀਂ ਹੋਏ ਹੈਗੇ? ਬਿਲਕੁਲ। ਅਸਲ ਦੇ ਵਿੱਚ ਮੈਂ ਸਟੈਪ ਬਾਈ ਸਟੈਪ ਅੱਗੇ ਵਧ ਰਿਹਾ ਵਾਂ। ਹਾਲ ਦੀ ਘੜੀ ਜਿਹੜਾ ਇਹ ਪਰਚਾ ਦਰਜ ਕਰਾਉਣ ਦਾ ਜਾਂ ਉਹਨਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਨ੍ਹਾਂ ਨੇ ਸਾਰਾ ਕੁਝ ਜਾਲੀ ਤਿਆਰ ਕਰਕੇ ਸਾਡੇ ਪਰਿਵਾਰ ਤੇ ਅਤਿਆਚਾਰ ਕੀਤੇ ਜਾਂ ਕਰੰਟ ਲਾ ਕੇ ਨਕਾਰਾ ਕਰਤੀ ਕੁੜੀ ਸਾਡੀ, ਉਹਨਾਂ ਤੇ ਕਾਰਵਾਈ ਵਾਸਤੇ ਮੈਂ ਸਟੈਪ ਬਾਈ ਸਟੈਪ ਅੱਗੇ ਵਧਦਾ ਹੁਣ ਨੈਸ਼ਨਲ ਕਮਿਸ਼ਨ ਦੇ ਕੋਲੇ ਪਹੁੰਚਿਆ ਹੋਇਆ ਹਾਂ। ਨੈਸ਼ਨਲ ਕਮਿਸ਼ਨ ਤੋਂ ਬਾਅਦ ਜੇਕਰ ਨੈਸ਼ਨਲ ਕਮਿਸ਼ਨ ਲਾਕਡਾਊਨ ਆਉਣ ਦੇ ਨਾਲ ਥੋੜਾ ਡਿਲੇ ਹੋ ਗਿਆ, ਜੇਕਰ ਨੈਸ਼ਨਲ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਵੀ ਪਰਚਾ ਦਰਜ ਨਹੀਂ ਹੁੰਦਾ ਤਾਂ ਅਗਲਾ ਸਟੈਪ ਨੈਚੁਰਲੀ ਮੇਰੇ ਕੋਲੇ ਹਾਈ ਕੋਰਟ ਹੀ ਆ। ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਆ। ਪਰ ਮੈਂ ਅੰਤ ਤੱਕ ਲੜਨਾ ਵਾ। ਇਨਸਾਫ ਮਿਲਦਾ ਕਿ ਨਹੀਂ ਮਿਲਦਾ ਉਹ ਉਸ ਕੁਦਰਤ ਦੇ ਆਸੇ ਛੱਡ ਦੇਣਾ ਵਾ। ਇਕਬਾਲ ਸਿੰਘ ਜੀ, ਤੁਹਾਨੂੰ ਲੱਗਦਾ ਨਹੀਂ ਕਿ ਇਸ ਸਿਸਟਮ ਨਾਲ ਲੜਨਾ ਬਹੁਤ ਔਖਾ ਹੈ? ਬਹੁਤ ਸਾਰੇ ਬੰਦੇ ਤੁਹਾਡੇ ਵਾਂਗ ਬੇਕਸੂਰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋ ਜਾਂਦੇ ਨੇ, ਪੁਲਿਸ ਦੇ ਪਰਚਿਆਂ ਦਾ ਸ਼ਿਕਾਰ ਹੋ ਜਾਂਦੇ ਨੇ, ਪਰ ਉਹ ਲੜਦੇ ਨਹੀਂ ਹੈਗੇ, ਉਹਨਾਂ ਨੂੰ ਲੜਨਾ ਔਖਾ ਲੱਗਦਾ। ਤੁਹਾਡੀ ਵੀ ਜ਼ਿੰਦਗੀ ਤਾਂ ਇੱਕ ਤਰ੍ਹਾਂ ਨਾਲ, ਤੁਸੀਂ ਸ਼ਾਇਦ ਵਿਆਹ ਵੀ ਨਹੀਂ ਕਰਾਇਆ, ਪਰਿਵਾਰ ਵੀ ਰੁਲ ਗਿਆ, ਹੁਣ ਵੀ 16 ਸਾਲ ਹੋ ਗਏ ਤੁਸੀਂ ਲੜ ਰਹੇ ਹੋ। ਤੁਸੀਂ ਅਧਿਆਪਕ ਸੀਗੇ, ਉਹ ਵੀ ਨੌਕਰੀ ਤੁਹਾਨੂੰ ਵਿਚਾਲੇ ਛੱਡਣੀ ਪਈ। ਸੱਚ ਰਾਣਾ ਜੀ, ਵੀ ਇੱਥੇ ਲੋਕ ਲੜਨ ਤੋਂ ਡਰਦੇ ਇਸ ਕਰਕੇ ਆ ਕਿ ਵੀ ਪੁਲਿਸ ਬਹੁਤ ਤਰੀਕੇ ਵਰਤਦੀ ਆ। ਮੇਰੇ ਨਾਲ ਵੀ ਵਰਤੇ। ਜਦੋਂ ਮੈਂ ਸੂਚਨਾ ਕਮਿਸ਼ਨ ਦੇ ਤਰੀਕਾਂ ਭੁਗਤਣ ਜਾਂਦਾ ਸੀ, ਮਹੀਨੇ ਦੇ 30 ਦਿਨ ਹੁੰਦੇ ਸੀ ਤੇ 25 ਮੇਰੀਆਂ ਤਰੀਕਾਂ ਹੁੰਦੀਆਂ ਸੀ ਤੇ ਮੈਂ ਡੇਲੀ ਜਾਂਦਾ ਸੀਗਾ। ਬਾਰ ਐਤਵਾਰ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ। ਬਿਲਕੁਲ। ਤੜਕੇ ਇੱਥੋਂ ਜਗਰਾਉਂ ਤੋਂ 5 ਵਾਲੀ ਬੱਸ ਤੇ 9:30 ਵਜੇ ਉੱਥੇ ਹੁੰਦਾ ਸੀ। ਤੁਹਾਨੂੰ ਔਖਾ ਨਹੀਂ ਸੀ ਲੱਗਦਾ ਵੀ ਮੈਂ ਕਿਹੜੇ ਚੱਕਰ 'ਚ ਪੈ ਗਿਆ? ਨਹੀਂ, ਬਿਲਕੁਲ ਨਹੀਂ ਸੀ ਔਖਾ ਲੱਗਦਾ, ਕਿਉਂਕਿ ਮੈਨੂੰ ਜ਼ਿੰਦਗੀ ਦੇ ਵਿੱਚ ਸਾਡੇ ਜਿਹੜੇ ਫਲਸਫੇ ਤੋਂ, ਸਿੱਖ ਧਰਮ ਦੇ ਫਲਸਫੇ ਤੋਂ, ਸਾਡੀ ਜਿਹੜੀ ਜੁਝਾਰੂ ਵਿਚਾਰਧਾਰਾ ਵਾ ਉਹਦੇ ਫਲਸਫੇ ਤੋਂ ਮੈਨੂੰ ਇਹ ਸਿੱਖਿਆ ਮਿਲੀ ਹੋਈ ਸੀ ਕਿ ਸੱਚ ਦੇ ਨਾਲ ਹੀ ਖੜਨਾ ਵਾ ਤੇ ਸੱਚ ਲਈ ਲੜਨਾ ਵਾ।
ਤੇ ਪਰ ਸਾਡੇ ਤੁਹਾਨੂੰ ਜਿਹੜੇ ਲੱਗਦਾ ਨਹੀਂ ਕਿ ਸੱਚ ਸਾਹਮਣੇ ਆਉਂਦੇ ਆਉਂਦੇ 16 ਸਾਲ ਤਾਂ ਹੋ ਵੀ ਗਏ, ਉਹ ਸਾਡਾ ਸਿਸਟਮ ਆ, ਅੱਧੀ ਜ਼ਿੰਦਗੀ ਤੁਹਾਡੀ ਲੰਘ ਗਈ। ਸਾਡਾ ਸਿਸਟਮ ਮਾੜਾ ਵਾ। ਇਹ ਸਿਸਟਮ ਮਾੜਾ ਸਦਾ ਰਹਿਣਾ ਨਹੀਂਗਾ, ਇੱਕ ਦਿਨ ਇਹ ਸਿਸਟਮ ਬਦਲੂਗਾ। ਤੁਸੀਂ ਜਦੋਂ ਅਧਿਆਪਕ ਸੀਗੇ, ਤੁਸੀਂ ਬੱਚਿਆਂ ਨੂੰ ਪੜਾਉਂਦੇ ਸੀਗੇ, ਕਹਿੰਦੇ ਨੇ ਕਿ ਨੇਸ਼ਨ ਬਿਲਡਰ ਹੁੰਦੇ ਨੇ ਅਧਿਆਪਕ, ਤੇ ਤੁਹਾਡੇ ਤੇ ਇਹ ਕੇਸ ਪੈ ਗਿਆ, ਉਦੋਂ ਕਿਵੇਂ ਦੇ ਦਿਨ ਸੀਗੇ ਉਸ ਕੇਸ ਪੈਣ ਤੋਂ ਪਹਿਲਾਂ ਦੇ? ਉਸ ਤੋਂ ਪਹਿਲਾਂ ਮੈਂ ਵੱਖ-ਵੱਖ ਜਿਹੜੀਆਂ ਜੁਝਾਰੂ ਜਥੇਬੰਦੀਆਂ ਉਹਨਾਂ ਦੇ ਵਿੱਚ ਕੰਮ ਕਰਦਾ ਸੀ। ਪਹਿਲਾਂ PSU ਦੇ ਵਿੱਚ ਸੀ, ਉਸ ਤੋਂ ਬਾਅਦ ਮੈਂ ਤਰਕਸ਼ੀ ਸੁਸਾਇਟੀ ਦੇ ਨਾਲ ਆ ਜੁੜਿਆ, ਉਸ ਤੋਂ ਬਾਅਦ ਜਿਹੜੀਆਂ ਕੁਝ ਇਨਕਲਾਬੀ ਜਥੇਬੰਦੀਆਂ ਉਹਨਾਂ ਦੇ ਨਾਲ ਕੰਮ ਕਰਨ ਲੱਗ ਗਿਆ। ਅਸਲ ਦੇ ਵਿੱਚ ਮੈਨੂੰ ਜਿਹੜੀ ਸਿੱਖਿਆ ਹੀ ਵਿਚਾਰਧਾਰਾ ਹੀ ਇਸ ਤਰ੍ਹਾਂ ਦੀ ਮਿਲੀ ਹੋਈ ਸੀ। ਤੁਸੀਂ ਵਿਆਹ ਵੀ ਨਹੀਂ ਕਰਵਾਇਆ? 1994 ਦੇ ਵਿੱਚ ਫਾਦਰ ਦੀ ਮੌਤ ਹੋ ਗਈ। 96 ਦੇ ਵਿੱਚ ਮੈਂ ਉਹਨਾਂ ਦੀ ਜਗ੍ਹਾ ਤੇ ਨੌਕਰੀ ਕਰਨ ਲੱਗ ਗਿਆ। ਉਸ ਤੋਂ ਬਾਅਦ ਮੈਥੋਂ ਛੋਟੀਆਂ 3 ਭੈਣਾਂ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਮੇਰੇ ਤੇ ਆ ਗਈ। ਛੋਟਾ ਕੋਦੂ ਭਰਾ ਸੀ, ਉਹਨਾਂ ਦੇ ਵਿਆਹਾਂ ਦੀ ਕਾਰਵਾਈ ਚੱਲਦੀ ਰਹੀ 4-5 ਸਾਲ। ਲਿਖ ਲਓ ਵੀ 96 ਤੋਂ ਬਾਅਦ 3 ਤੱਕ 4 ਤੱਕ ਉਹ ਲੰਘੇ। ਉਸ ਤੋਂ ਬਾਅਦ ਕਿ ਮੇਰੀ ਗੱਲ ਸ਼ੁਰੂ ਹੁੰਦੀ, ਜਿਹਦੀ ਮੈਂ ਜ਼ਿੰਮੇਵਾਰੀ ਨੂੰ ਨਿਭਾ ਕੇ ਉਸ ਤੋਂ ਬਾਅਦ ਮੈਂ ਆਪਣੀ ਗੱਲ ਕਰਦਾ ਤਾਂ ਪੁਲਿਸ ਨੇ ਮੈਨੂੰ ਕੇਸ ਦੇ ਵਿੱਚ ਫਸਾਤਾ। 3 ਸਾਲ ਜੇਲ੍ਹ 'ਚ ਲੰਘੇ। 3 ਸਾਲ ਜੇਲ੍ਹ 'ਚੋਂ ਲੰਘਣ ਤੋਂ 7-8 ਦੇ ਵਿੱਚ ਬਾਹਰ ਆਇਆ, 5 ਦੇ ਵਿੱਚ ਰੈਸਟ ਹੋ ਗਿਆ, 7-8 'ਚ ਬਾਹਰ ਆਇਆ ਤੇ 14 'ਚ ਜਾ ਕੇ ਬਰੀ ਹੋਇਆ। 14 ਤੱਕ ਇਸ ਕੇਸ ਕਚਹਿਰੀਆਂ ਚ ਲੰਘੇ ਤੇ ਮੈਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ। ਤੇ ਦੂਜਾ ਇਹ ਵੀ ਕਾਰਨ ਆ ਕਿ ਵੀ ਲੜਨ ਵਾਸਤੇ ਬੰਦੇ ਨੂੰ ਪਰਿਵਾਰ ਤੋਂ ਫਿਰ ਥੋੜਾ ਜਿਹਾ। ਅੱਛਾ, ਇੱਕ ਬਹੁਤ ਵੱਡਾ ਸਵਾਲ ਇੱਥੇ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਆਉਂਦਾ ਹੋਣਾ ਕਿ ਆਖਿਰ ਤੁਹਾਡੀ ਪੁਲਿਸ ਅਧਿਕਾਰੀਆਂ ਦੇ ਨਾਲ ਕਿਹੜੀ ਨਿੱਜੀ ਰੰਜਿਸ਼ ਸੀਗੀ ਕਿ ਉਹਨਾਂ ਨੇ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ? ਜਿੱਥੋਂ ਤੱਕ ਮੇਰੀ ਸਮਝ ਆ ਉਹ ਇਹ ਆ, ਜਿਹੜੀ ਬਾਅਦ ਵਿੱਚ ਔਨ ਰਿਕਾਰਡ ਅਸੀਂ ਸਾਬਤ ਵੀ ਹੋਈ, ਉਹ ਵੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਸਾਡੇ ਦਰਸ਼ਕ ਵੀ ਹੈਰਾਨ ਹੋਣਗੇ। ਜਿਸ ਟਾਈਮ ਗੁਰਿੰਦਰ ਸਿੰਘ SHO ਲੱਗਿਆ ਸੀ, ਜਿਹੜਾ ਆਪਣੇ ਆਪ ਨੂੰ SHO ਕਹਿੰਦਾ ਸੀ ਕਿ ਮੈਂ ਮਨ SHO SI ਗੁਰਿੰਦਰ ਸਿੰਘ, ਜਦੋਂ ਉਹ ਇੱਥੇ ਬਦਲ ਕੇ ਆਉਂਦਾ ਵਾ ਜਗਰਾਉਂ, ਤਾਂ ਉਹ ਇੱਕ ASI ਦੇ ਆਰਡਰ ਆ, ਮੇਰੇ ਕੋਲ ਅੱਜ ਵੀ ਚਿੱਠੀ ਪਈ ਆ, ਉਹ ASI ਤੌਰ ਤੇ ਬਦਲ ਕੇ ਆਇਆ ਸੀ ਇੱਥੇ, ਪਰ ਆਪਣੇ ਆਪ ਨੂੰ ਲਿਖਦਾ ਸੀ SI। ਜਦੋਂ ਇਹਦੀ ਗੱਲ ਦੀ ਮੈਂ ਪੜਤਾਲ ਕੀਤੀ, ਕਿਉਂਕਿ ਕੇਸ ਪੈਣ ਤੋਂ ਬਾਅਦ, ਤਾਂ ਪੜਤਾਲ ਦੇ ਵਿੱਚ ਇਹ ਗੱਲ ਸਾਬਤ ਹੋਈ ਕਿ ਉਹ ਬੰਦਾ SI ਹੈ ਹੀ ਨਹੀਂ ਸੀ। ਹੋਇਆ ਕੀ ਸੀ ਵੀ ਉਹ ਇੱਕ ਆਰਡੀਨਰੀ ASI ਸੀ। ASI ORP ਇੱਕ ਰੈਂਕ ਹੁੰਦਾ ਵਾ, ਜਿਹਨੂੰ ਅਸੀਂ ਟੈਂਪਰੇਰੀ ਰੈਂਕ ਵੀ ਕਹਿ ਸਕਦੇ ਹਾਂ। ਉਹ ਰੈਂਕ 6 ਮਹੀਨੇ ਲਈ ਮਿਲਦਾ ਪੰਜਾਬ ਪੁਲਿਸ ਰੂਲਜ਼ ਦੇ ਮੁਤਾਬਕ 13.2 ਦੇ। ਉਹ ਉਸ ਬੰਦੇ ਨੂੰ ਮਿਲਣਾ ਹੁੰਦਾ ਵੀ ਜਿਹਦੇ 'ਚ ਕਾਬਲੀਅਤ ਹੁੰਦੀ ਹੈ, ਕੋਈ ਬਹੁਤ ਉਹਨੇ ਵਧੀਆ ਕੰਮ, ਕੋਈ ਯੋਗ ਅਫਸਰ ਹੁੰਦਾ ਤੇ ਉਹਦੇ ਵਰਗਾ ਹੋਰ ਕੋਈ ਹੁੰਦਾ ਨਹੀਂ। ਤਾਂ ਇਸ ਕਰਕੇ ਉਹ ਟੈਂਪਰੇਰੀ ਤੌਰ ਤੇ ਉਹ ਰੈਂਕ ਦੇ ਕੇ ਪ੍ਰਮੋਸ਼ਨ ਮਿਲ ਜਾਂਦੀ ਹੈ, ਤਨਖਾਹ ਉਹੀ ਹੁੰਦੀ ਹੈ, ਬਸ ਇੱਕ ਸਟਾਰ ਲੱਗ ਜਾਂਦਾ। ਇਸ ਬੰਦੇ ਨੇ ਕੀ ਕੀਤਾ, ਉਹ ਪ੍ਰਮੋਸ਼ਨ ਇੱਕ ਵਾਰੀ ਲੈ ਲਈ, ਪਰ ਇੱਕ ਵਾਰੀ ਲੈ ਕੇ ਮੁੜ ਕੇ ਲਾਈ ਹੋਈ ਨਹੀਂ, ਆਪਣੇ ਆਪ ਨੂੰ SI ਲਿਖਦਾ ਰਿਹਾ, ਜਦੋਂ ਕਿ ਉਹ ਤਾਂ ਸਿਰਫ 6 ਮਹੀਨੇ ਬਾਅਦ ਸੀ। ਜਦੋਂ ਮੈਂ RTI 'ਚ ਰਿਕਾਰਡ ਮੰਗ ਲਿਆ ਤਾਂ ਉਹਨਾਂ ਨੇ ਮੇਰੀ ਚਿੱਠੀ ਜਾਣ ਤੋਂ ਬਾਅਦ ਨਾਲੇ ਤਾਂ ਰੈਂਕ ਬੈਡਰਾ ਕੀਤਾ, ਕਿੰਨੇ ਸਾਲਾਂ ਬਾਅਦ? 3 ਸਾਲਾਂ ਬਾਅਦ, ਜਦੋਂ ਕਿ ਕਰਨਾ ਕਿੰਨੇ ਟਾਈਮ ਬਾਅਦ ਸੀ? 6 ਮਹੀਨੇ ਬਾਅਦ। ਪੁਲਿਸ ਦੇ ਮੈਨੇਜਮੈਂਟ ਨੂੰ ਵੀ ਇਹ ਪਤਾ ਨਹੀਂ ਸੀਗਾ ਕਿ ਬੰਦਾ SI ਨਹੀਂ ASI ਹੈ। ਹੋਰ ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸਾਂ, ਜਿੱਥੇ ਉਹ ਜਿਹੜੇ ਥਾਂ ਲਿਖਦਾ ਉਹ ਵੀ ਮੈਂ SHO ਮਨ SHO, ਮੇਰੇ ਕੇਸ ਦੇ ਵਿੱਚ ਹੋਰ 30 ਕੇਸਾਂ ਦੇ ਵਿੱਚ ਵੀ ਜਿੱਥੇ ਉਹ ਇਹ ਲਿਖਦਾ ਵਾ ਕਿ ਮਨ SHO SI ਗੁਰਿੰਦਰ ਸਿੰਘ ਥਾਣਾ ਸਿਟੀ ਜਗਰਾਉਂ, ਤਾਂ ਰਾਣਾ ਜੀ ਮੇਰੇ ਕੋਲੇ ਆ ਹੁਣ ਵੀ ਹੋਮ ਸੈਕਟਰੀ ਦਫ਼ਤਰ ਦਾ, DGP ਦਫ਼ਤਰ ਦਾ ਰਿਕਾਰਡ ਆ, RTI 'ਚ ਮੰਗਿਆ ਹੋਇਆ ਕਿ 2004 ਦੇ ਵਿੱਚ ਥਾਣਾ ਸਿਟੀ ਹੋਂਦ 'ਚ ਹੀ ਹੈ ਨਹੀਂ ਸੀ, ਥਾਣਾ ਹੀ ਹੈ ਨਹੀਂ ਸੀ। ਅੱਛਾ, ਥਾਣਾ ਬਣਦਾ 2010 'ਚ, ਉਹ ਵੀ ਝੂਠ। ਮੇਰੇ ਕੋਲੇ ਨੋਟੀਫਿਕੇਸ਼ਨ ਆ। ਇਹਦਾ ਮਤਲਬ ਇਹ ਹੋਇਆ ਵੀ 2010 ਤੋਂ ਪਹਿਲਾਂ, 2010 ਤੋਂ ਬਾਅਦ ਜਿਹੜਾ ਬੰਦਾ ਉੱਥੇ SHO ਲੱਗਦਾ, ਉਹਦੇ ਕੋਲ ਤਾਂ ਹੋ ਗਿਆ ਯੋਗਤਾ 'ਚ ਉਹਦੀ ਤਾਂ ਹੋ ਗਈ, ਜਿਵੇਂ ਕਹਿ ਲਈਏ ਵੀ ਸਹੀ ਵੀ ਉਹਨੇ SHO ਲੱਗਣਾ ਵਾ। ਪਰ ਉਸ ਤੋਂ ਪਹਿਲਾਂ ਉਹ ਜਸਟ ਇੱਕ ਚੌਂਕੀ ਸੀ, ਜਿਹੜੀ ਕਾਲੇ ਦੌਰ ਦੇ ਵਿੱਚ ਪਤਾ ਹੀ ਆ ਤੁਹਾਨੂੰ ਵੀ ਪੁਲਿਸ ਨੇ ਇਹ ਮਾੜੇ ਪਰ ਫਿਰ ਵਿੱਚ ਸਵਾਲ ਉਹੀ ਰਹਿ ਗਿਆ ਕਿ ਤੁਹਾਡੇ ਨਾਲ ਕੀ ਰੰਜਿਸ਼ ਸੀ? ਹਾਂ, ਉਹੀ ਦੱਸਣ ਲੱਗਿਆ ਨਾ ਬਈ ਇਹ ਬੰਦਾ ਉੱਥੇ SHO ਆਪਣੇ ਆਪ ਨੂੰ SHO ਲੱਗ ਕੇ ਕਰਦਾ ਕੀ ਸੀ? ਇਹ ਲੋਕਾਂ ਨੂੰ ਨਜਾਇਜ਼ ਚੱਕਣਾ, ਰੁਪਈਏ ਬਣਾਉਣੇ, ਲੋਕਾਂ ਨੂੰ ਫਸਾਉਣਾ, ਇਹ ਕੰਮ ਸੀ। 30 ਮੁਕੱਦਮੇ ਮੈਂ RTI ਦੇ ਵਿੱਚ ਮੰਗਿਆ ਵੀ ਇਸ ਬੰਦੇ ਨੇ ਜਿੰਨਾ ਟਾਈਮ ਇੱਥੇ 2 ਨੰਬਰ ਦੇ ਵਿੱਚ ਜਾਲੀ SHO, ਮੈਂ ਚਿੱਠੀਆਂ ਲਿਖੀਆਂ ਇਸ ਗੱਲ ਦੀਆਂ ਕਿ ਜਾਲੀ SHO, ਅਖਬਾਰ ਦੇ ਵਿੱਚ ਬੜੀ ਵੱਡੀ ਸੁਰਖੀ ਲੱਗੀ ਸੀ, ਨਾ ਥਾਣਾ ਨਾ ਥਾਣੇਦਾਰ, ਨਾ ਥਾਣਾ ਨਾ ਥਾਣੇਦਾਰ, ਤੇ ਮੁਕੱਦਮੇ 30। ਇਸ ਬੰਦੇ ਨੇ ਲੋਕਾਂ ਦੇ ਉੱਤੇ 30 ਮੁਕੱਦਮੇ, ਤੇ ਹੈਰਾਨੀ ਵਾਲੀ ਗੱਲ ਹੈ ਰਾਣਾ ਜੀ ਵੀ ਸਾਰੇ ਦੇ ਸਾਰੇ ਬਰੀ ਨੇ। ਅੱਛਾ, ਇਹ ਪੈਸੇ ਲੈਣ ਲਈ
ਕਰਨ ਲਈ ਇਦਾਂ ਹੁੰਦਾ ਸੀ। ਇਹ ਕੁਛ ਅੱਛਾ, ਕਰ- ਤੁਹਾਨੂੰ ਕਰੋੜਾਂ ਦੀ ਜਾਇਦਾਦ ਉਸ ਬੰਦੇ ਨੇ ਬਣਾਈ ਹੈ, ਕਰੋੜਾਂ ਦੀ। ਅੱਛਾ, ਤੁਹਾਨੂੰ ਜਦੋਂ ਤੁਸੀਂ ਕਿਤੇ ਗਵਾਹੀ ਤੇ ਜਾਂਦੇ ਹੋਣੇ ਜਾਂ ਤੁਸੀਂ ਸੂਚਨਾ ਕਮਿਸ਼ਨ ਕੋਲ ਜਾਂਦੇ ਹੋਣੇ, ਕਈ ਵਾਰੀ ਰਸਤੇ 'ਚ ਰੋਕਣ ਦੀ ਵੀ ਕੋਸ਼ਿਸ਼ ਹੋਈ? ਬਿਲਕੁਲ ਬਿਲਕੁਲ। ਇੱਕ ਵਾਰੀ ਦੀ ਕੀ ਗੱਲ ਆ ਵੀ ਸੂਚਨਾ ਕਮਿਸ਼ਨ ਸੀ ਆਪਣੇ SS ਚੰਨੀ, ਸਵਰਨ ਸਿੰਘ ਚੰਨੀ, ਉਹਨਾਂ ਦੀ ਅਦਾਲਤ ਦੇ ਵਿੱਚ ਇਹ ਬੰਦਾ ਮੇਰੇ ਮਗਰ ਜਾ ਕੇ ਬਹਿ ਗਿਆ, ਨਾਲ ਬੰਦੇ ਲਿਆਉਣੇ, ਉੱਥੇ ਧਮਕਾਉਣਾ। ਉਹਦੀਆਂ 20 ਮੈਂ ਲਿਖਤੀ ਸ਼ਿਕਾਇਤਾਂ ਚੰਡੀਗੜ੍ਹ ਪੁਲਿਸ ਨੂੰ ਵੀ ਕੀਤੀਆਂ ਹੋਈਆਂ, ਅੱਜ ਵੀ ਰਿਕਾਰਡ ਤੇ ਨੇ। ਇੱਕ ਦਿਨ ਕੀ ਵਾਪਰਦਾ ਕਿ 2016 ਦੇ ਵਿੱਚ ਮੈਂ ਡੇਲੀ ਰੂਟੀਨ ਮੁਤਾਬਕ ਡਿਊਟੀ ਤੇ ਜਾ ਰਿਹਾ ਸੀਗਾ। ਇਸ ਬੰਦੇ ਨੇ ਇੱਕ ਪੂਰੇ ਪਲਾਨ ਸਾਜ਼ਿਸ਼ ਅਧੀਨ ਕੋਈ ਬੰਦੇ ਭੇਜੇ ਜਾਂ ਖੁਦ ਸੀ, ਇਹ ਤਾਂ ਪੜਤਾਲ ਦਾ ਵਿਸ਼ਾ ਵਾ ਜਿਹੜੀ ਪੁਲਿਸ ਨੇ ਕਰਨੀ ਆ। ਮੈਂ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਪੂਰੀ ਰਫ਼ਤਾਰ ਦੇ ਵਿੱਚ ਮੇਰੇ ਮਗਰ ਹਿੱਟ ਕਰਦੀ ਹੋਈ ਇੱਕ ਗੱਡੀ ਮੈਨੂੰ ਸਿੱਟ ਕੇ ਮਾਰ ਕੇ, ਜਿਵੇਂ ਕਹ ਲਈਏ ਵੀ ਮਾਰਨ ਦੀ ਨੀਤ ਦੇ ਨਾਲ ਸਿੱਟ ਕੇ ਤੁਰ ਗਈ ਤੇ ਮੇਰਾ ਸਾਰਾ ਪਾਸਾ ਫ੍ਰੈਕਚਰ ਹੋ ਗਿਆ ਤੇ ਮੈਂ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਰਿਹਾ ਫਿਰ 2.5-3 ਮਹੀਨੇ। ਇਹ ਵੀ ਕੋਈ ਸਾਜ਼ਿਸ਼ ਸੀ? ਇਹ ਸਾਜ਼ਿਸ਼ ਸੀ ਬਿਲਕੁਲ, ਮੈਨੂੰ ਮਾਰਨ ਦੀ ਕੋਸ਼ਿਸ਼, ਕਿਉਂਕਿ ਲਾਲਚ ਦੇ ਕੇ ਦੇਖ ਲਿਆ, ਡਰਾ ਧਮਕਾ ਕੇ ਦੇਖ ਲਿਆ, ਕੇਸ ਪਾ ਕੇ ਦੇਖ ਲਿਆ, ਸਾਰਾ ਕੁਝ ਕਰਕੇ ਦੇਖ ਲਿਆ। ਕਦੇ ਹੁਣ ਇੱਕ ਤਰੀਕਾ ਫਿਰ ਰਹਿ ਜਾਂਦਾ ਬੰਦੇ ਨੂੰ ਖਤਮ ਕਰਨ ਦਾ। ਅੱਜ ਵੀ ਮੇਰੀ ਜਿਹੜੀ ਜਾਨ ਆ ਉਹ ਤਾਂ ਖਤਰੇ 'ਚ ਹੀ ਆ। ਅੱਛਾ, ਕਦੇ ਕੋਈ ਰਾਜ਼ੀਨਾਮਾ ਕਰਨ ਦੀ ਵੀ ਗੱਲ ਹੋਈ ਹੋਣੀ ਹੈ, ਕਦੇ ਕੋਈ ਪੈਸੇ ਦੇਣ ਦੀ ਵੀ ਗੱਲ ਹੋਈ ਹੋਣੀ ਹੈ ਕਿ ਤੁਸੀਂ ਇੰਨੇ ਪੈਸੇ ਲੈ ਲਓ, ਚੁੱਪ ਕਰ ਜਾਓ? ਸਿੱਧੇ ਰੂਪ ਦੇ ਵਿੱਚ ਤਾਂ ਮੈਂ ਨਹੀਂ ਕਹਿ ਸਕਦਾ, ਪਰ ਇਨਡਾਇਰੈਕਟ ਤੁਹਾਨੂੰ ਪਤਾ ਹੀ ਆ ਬਈ ਪਾਲਿਸੀ ਕਹੀ ਜਾਂਦੀ ਹੁੰਦੀ ਆ ਬਈ ਛੱਡੋ ਖੜਾ। ਪਿੱਛੇ ਜੇ ਹੁਣ ਅਸੀਂ ਧਰਨੇ ਮੁਜ਼ਾਹਰੇ ਕਰ ਰਹੇ ਸੀ ਤੇ ਪਾਲਿਸੀ ਸਾਨੂੰ ਕਹਿ ਰਹੀ ਸੀ ਵੀ ਛੱਡੋ, ਥੋੜੀ ਬੈਠ ਕੇ ਗੱਲ ਕਰਾ ਦਿੰਦੇ ਆ। ਪਰ ਮੇਰੇ ਸਾਹਮਣੇ ਸਵਾਲ ਖੜਾ ਹੋ ਜਾਂਦਾ ਵੀ ਉਹ ਭੈਣ ਜਿਹੜੀ ਮੇਰੀ ਮੰਜੇ ਤੇ ਪਈ ਆ, ਇਹਦਾ ਕਿੰਨਾ ਮੁੱਲ ਪਊਗਾ, ਇਹਦਾ ਮੁੱਲ ਕਿੰਨਾ ਹੋਊਗਾ? ਮੇਰੀ ਜਿਹੜੀ ਜ਼ਿੰਦਗੀ ਸਾਰੀ ਪਰਿਵਾਰ ਦੀ ਸਾਡੀ ਦੀ ਤਬਾਹ ਹੋਊਗੀ, ਇਹਦਾ ਮੁੱਲ ਕਿੰਨਾ ਪਊਗਾ? ਕੀ ਇਹਦਾ ਮੁੱਲ ਪਾਇਆ ਜਾ ਸਕਦਾ ਵਾ? ਉਹ ਵੱਖਰੀ ਗੱਲ ਆ ਕਿ ਵੀ ਬੰਦਾ ਮਾਫ ਕਰ ਸਕਦਾ, ਪਰ ਕਦੋਂ ਕਰ ਸਕਦਾ ਵਾ? ਉਹਦੇ ਵੀ ਕੋਈ ਸਰਕਮਸਟੈਂਸ ਨੇ। ਤੁਹਾਡਾ ਤਾਂ ਸਾਰਾ ਕੁਝ ਉਜਾੜ ਕੇ ਰੱਖਤਾ। ਉਜਾੜਤਾ ਸਾਰਾ ਕੁਝ। ਸੋਚ ਹੀ ਨਹੀਂ ਸਕਦਾ ਕੋਈ ਬੰਦਾ ਕਿ ਇਹਦੀ ਭਰਪਾਈ ਹੋ ਨਹੀਂ ਸਕਦੀ। ਇੱਕ ਅਧਿਆਪਕ ਨੇ ਨੌਕਰੀ ਕਰਨੀ ਸੀਗੀ, ਵਿਆਹ ਕਰਾਉਣਾ ਸੀ, ਬੱਚੇ ਹੋਣੇ ਸੀ, ਚੰਗਾ ਖੁਸ਼ਹਾਲ ਪਰਿਵਾਰ ਹੋਣਾ ਸੀ, ਪਰ ਇੱਕ ਪੁਲਿਸ ਅਫਸਰ ਨੇ ਉਹਦੀ ਜ਼ਿੰਦਗੀ ਤਬਾਹ ਕਰਤੀ। ਪਤਾ ਨਹੀਂ ਰਾਣਾ ਜੀ ਮੇਰੇ ਵਰਗੇ ਕਿੰਨੇ ਹੋਰ ਨੇ ਤੇ ਕਿੰਨੇ ਇਹੋ ਜਿਹੇ ਪੁਲਿਸ ਅਫਸਰ ਜ਼ਾਲਮ ਨੇ ਜਿਹੜੇ ਲੋਕਾਂ ਦੇ ਨਾਲ ਇਹੋ ਜਿਹਾ ਕੁਝ ਕਰਦੇ। ਬੜੀਆਂ ਤੁਸੀਂ ਸਟੋਰੀਆਂ ਮਤਲਬ ਖੁਦ ਵੀ ਤਿਆਰ ਕਰਦੇ ਹੋ ਨਾ, ਵੀ ਕਿੰਨੇ ਪਰਿਵਾਰ ਨੇ ਇਹੋ ਜਿਹੇ ਮੇਰੇ ਵਰਗੇ ਬੜੇ ਨੇ। ਬਹੁਤ ਤਾਂ ਚੁੱਪ ਵੀ ਕਰ ਜਾਂਦੇ ਹੋਣਗੇ, ਬਹੁਤੇ ਚੁੱਪ ਕਰ ਜਾਂਦੇ ਨੇ, ਪਰ ਮੇਰੀ ਵਿਚਾਰਧਾਰਾ, ਮੇਰਾ ਜਿਹੜਾ ਮੈਨੂੰ ਵਿਰਸੇ 'ਚ ਮਿਲੀ ਹੋਈ ਜਿਹੜੀ ਕਹਿ ਲਈਏ ਵੀ ਸੋਚ, ਉਹ ਮੈਨੂੰ ਟਿਕਣ ਨਹੀਂ ਦੇ ਰਹੀ। ਲੜੋਗੇ ਲੜਾਈ? ਇੱਕ ਇਹ ਜਿਹੜੀ ਸਾਹਮਣੇ ਪਈ ਕੁੜੀ ਨੂੰ ਮੈਂ ਰੋਜ਼ ਦੇਖਦਾ ਵਾਂ, ਫਿਰ ਇਹ ਨਹੀਂ ਟਿਕਣ ਦਿੰਦੀ ਕੀ ਸੋਚ ਵੀ ਮਰਦੇ ਦਮ ਤੱਕ ਲੜਨਾ ਵਾ ਤੇ ਲੜਦੇ ਲੜਦੇ ਹੀ ਮਰਨਾ ਵਾ। ਤੁਹਾਡਾ ਪਰਮਾਤਮਾ 'ਚ ਵੀ ਵਿਸ਼ਵਾਸ ਹੈ? ਹਾਂ ਬਿਲਕੁਲ। ਜੋ ਕੁਦਰਤ ਦੇ ਨਿਯਮ ਨੇ ਉਹਨਾਂ ਦੇ ਮੁਤਾਬਕ ਇਹ ਸਾਰਾ ਕੁਝ ਚੱਲਦਾ ਵਾ। ਪਰ ਕਈ ਵਾਰੀ ਇਹ ਵੀ ਲੋਕ ਸੋਚ ਲੈਂਦੇ ਨੇ ਕਿ ਸ਼ਾਇਦ ਕਿਸੇ ਪੁਰਬਲੇ ਜਨਮ ਦਾ ਲੇਖਾ ਜੋਖਾ ਹੋਊਗਾ। ਹਾਂ, ਉਹ ਜਿਹਨੂੰ ਅਸੀਂ ਕਹਿ ਦਿੰਦੇ ਆ ਵੀ ਇੱਕ ਰਵਾਇਤੀ ਸੋਚ, ਪਰ ਮੈਂ ਉਸ ਰਵਾਇਤੀ ਸੋਚ ਦੇ ਵਿੱਚੋਂ ਨਹੀਂ ਹੈਗਾ। ਅਸੀਂ ਕੁਦਰਤ ਨੂੰ, ਨੇਚਰ ਨੂੰ ਹੋਰ ਹਿਸਾਬ ਦੇ ਨਾਲ ਮੰਨਣ ਵਾਲੇ ਲੋਕ ਆ। ਅਸੀਂ ਸਮਝਦੇ ਆ ਵੀ ਜੋ ਕੁਦਰਤ ਦਾ ਵਰਤਾਰਾ ਟੁੱਟ ਆ, ਸੂਰਜ ਨੇ ਇੱਕ ਪਾਸੇ ਚੜ੍ਹਨਾ ਤੇ ਦੂਜੇ ਪਾਸੇ ਛੁਣਾ, ਕਦੇ ਉਲਟ ਨਹੀਂ ਸਕਦਾ। ਜ਼ਿਆਦਤੀ ਹੋਈ ਤੁਹਾਡੇ ਨਾਲ? ਬਿਲਕੁਲ, ਜ਼ਿਆਦਤੀ ਹੀ ਇੰਨੀ ਹੋ ਗਈ ਕਿ ਵੀ ਜਿਹੜਾ ਵਿਸ਼ਵਾਸ ਆ ਉਹ ਹੋਰ ਪੱਕਾ ਹੁੰਦਾ ਗਿਆ। ਲੜਨ ਲਈ ਜੇਲ੍ਹਾਂ 'ਚ ਰਾਤਾਂ ਕਿਵੇਂ ਦੀਆਂ ਰਹੀਆਂ ਜਦੋਂ ਕੱਟਦੇ ਸੀਗੇ? ਜੇਲ੍ਹ ਦੇ ਵਿੱਚ ਜਿਹੜੀਆਂ ਮੇਰੀਆਂ ਰਾਤਾਂ ਸੀ ਉਹ ਤਾਂ ਲਿਖਤ ਪੜ੍ਹਨ ਦੇ ਨਾਲ ਸੀ। ਮੇਰੇ ਕਮਰੇ ਦੇ ਵਿੱਚ ਪਹਿਲੇ 3 ਮਹੀਨਿਆਂ ਤੋਂ ਬਾਅਦ ਤੇ ਸਭ ਤੋਂ ਪਹਿਲਾਂ ਮੈਂ ਪੁਲਿਸ ਰੂਲ, ਪੰਜਾਬ ਪੁਲਿਸ ਰੂਲ ਦੀਆਂ 3 ਵੋਲਮ ਨੇ, ਉਹ ਤਿੰਨੇ ਪੜ੍ਹੇ। ਐਵੀਡੈਂਸ ਐਕਟ, IPC, ਪੁਲਿਸ ਨੇ ਕਿਵੇਂ ਕੰਮ ਕਰਨਾ ਵਾ ਮੈਂ ਤੁਹਾਨੂੰ ਦੱਸਣਾ ਵਿੱਚ ਰਹਿ ਗਿਆ। ਰੋਜ਼ਨਾਮਚਾ ਹੁੰਦਾ ਪੁਲਿਸ ਦਾ, ਜਿਹਦੇ ਵਿੱਚ ਪੁਲਿਸ ਨੇ ਲਿਖਣਾ ਹੋਵੇ, ਲਿਖਦਾ ਪੁਲਿਸ ਅਫਸਰ ਜਾਂ ਮੁਨਸ਼ੀ ਨੇ, ਉਹਨੂੰ ਮੇਨਟੇਨ ਕਰਨਾ ਹੁੰਦਾ ਕਿ ਅੱਜ ਸਾਡਾ SHO ਆਇਆ ਤੇ ਫਲਾਣੇ ਫਲਾਣੇ ਕੰਮ ਕਰਕੇ ਫਿਰ ਵਾਪਸ ਆ ਗਿਆ, ਜਿਹ 'ਚ ਲਿਖਿਆ ਹੁੰਦਾ ਆਮਦ ਤੇ ਰਵਾਨਗੀ। ਮੈਂ ਸਾਰੇ ਸਾਲ ਦਾ ਰੋਜ਼ਨਾਮਚਾ ਮੰਗਾ ਲਿਆ ਰਾਣਾ ਜੀ, ਇੱਕ ਵੀ ਰੇਡ ਮੇਰੇ ਘਰੇ ਨਹੀਂ, ਇੱਕ ਵੀ ਰੋਜ਼ਨਾਮਚੇ ਦੇ ਵਿੱਚ ਮੇਰੇ ਕੇਸ ਦੀ ਕੋਈ ਗੱਲ ਨਹੀਂ ਦਰਜ। ਆ ਪਿਆ ਮੇਰੇ ਕੋਲ ਢੇਰ ਲੱਗਿਆ ਹੋਇਆ, RTI ਦੇ ਵਿੱਚ 2-3 ਵਾਰੀ ਲੈ ਲਿਆ। ਹੋਰ ਤੁਹਾਨੂੰ ਦੱਸਾਂ ਵੀ ਪੁਲਿਸ ਇਹ ਰਿਕਾਰਡ ਦੇ ਨਹੀਂ ਸੀ ਰਹੀ। ਇੱਥੇ SSP ਸੀ ਆਸ਼ੀਸ਼ ਚੌਧਰੀ ਜਗਰਾਉਂ, ਉਹਨੂੰ ਸੂਚਨਾ ਕਮਿਸ਼ਨ ਨੇ ਪਾਰਟੀ ਬਣਾ ਲਿਆ ਕਿ ਵੀ ਇਹ ਰਿਕਾਰਡ ਤੁਸੀਂ ਦੇ ਨਹੀਂ ਰਹੇਗੇ। 3 ਸਾਲ ਉਹ ਰਿਕਾਰਡ ਨਹੀਂ ਦਿੱਤਾ, 3 ਸਾਲ ਸੂਚਨਾ ਕਮਿਸ਼ਨ 'ਚ ਚੱਲਦਾ ਰਿਹਾ। 3 ਸਾਲਾਂ ਬਾਅਦ ਹਾਈ ਕੋਰਟ ਤੇ ਸੁਪਰੀਮ ਕੋਰਟ ਦੀਆਂ ਸਾਡੇ ਵਕੀਲਾਂ ਦੀਆਂ ਜਿਹੜੀਆਂ ਜੱਜਮੈਂਟਾਂ ਸੀ
ਉਹਨਾਂ ਦੇ ਆਧਾਰ ਤੇ ਰਿਕਾਰਡ ਦਿੱਤਾ ਪਰ ਸੂਚਨਾ ਕਮਿਸ਼ਨ ਨੇ ਨਾ ਦੇਣ ਬਦਲੇ ਦੋਨਾਂ ਪੁਲਿਸ ਅਫਸਰਾਂ ਨੂੰ 45,000 ਰੁਪਏ ਜੁਰਮਾਨਾ ਕੀਤਾ। 20,000 ਰੁਪਇਆ ਮੈਨੂੰ ਮੁਆਵਜ਼ੇ ਲੱਗਦਾ ਕਿ ਇਹ ਬਹੁਤ ਵੱਡਾ ਜਿਹੜਾ ਐਕਟ ਹੈ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਆਇਆ ਕਿ ਇਹ ਬਹੁਤ ਸਹੀ ਸਾਬਤ ਹੋਇਆ। ਮੈਂ ਸਮਝਦਾ ਰਾਣਾ ਜੀ ਵੀ ਜੇ ਇਹ ਐਕਟ ਨਾ ਹੁੰਦਾ ਤਾਂ ਮੈਨੂੰ ਕਦੇ ਦੀ ਫਾਂਸੀ ਲੱਗ ਚੁੱਕੀ ਹੁੰਦੀ। ਜੇ ਇਹ ਐਕਟ ਨਾ ਹੁੰਦਾ ਤਾਂ ਮੈਨੂੰ ਕਦੇ ਦੀ ਫਾਂਸੀ ਲੱਗ ਚੁੱਕੀ। ਅੱਛਾ, ਇੱਕ ਹੋਰ ਵੀ ਗੱਲ ਹੈ ਵੀ ਆਰਥਿਕ ਤੌਰ ਤੇ ਵੀ ਬਹੁਤ ਔਖੇ ਹੋਏ ਹੋਣੇ। ਰੋਜ਼ ਤੁਸੀਂ ਕਿਹਾ ਵੀ ਬੱਸ ਚੜ੍ਹ ਕੇ ਜਾਣਾ, ਸੁਪਰੀਮ ਕੋਰਟ, ਹਾਈ ਕੋਰਟ, ਸੂਚਨਾ ਕਮਿਸ਼ਨ, ਪੁਲਿਸ ਨਾਲ ਲੜਨਾ, ਇਹ ਕਿਵੇਂ ਸੰਭਵ ਹੋਇਆ? ਇਹ ਸੰਭਵ ਦੋ ਤਰੀਕਿਆਂ ਦੇ ਨਾਲ ਹੋਇਆ ਰਾਣਾ ਜੀ। ਇੱਕ ਤਾਂ ਇਸ ਗੱਲ ਦੇ ਨਾਲ ਕਿ ਵੀ ਮੈਨੂੰ ਅੱਧੀ ਤਨਖਾਹ ਮਿਲਦੀ ਸੀ। ਦੂਜਾ ਇਸ ਗੱਲ ਦੇ ਨਾਲ ਕਿ ਪਰਿਵਾਰ ਦਾ ਜਿਹੜਾ ਗੁਜ਼ਾਰਾ ਸੀ ਉਹ ਪੈਨਸ਼ਨ ਦੇ ਸਹਾਰੇ ਚੱਲ ਰਿਹਾ ਸੀ। ਤੀਜਾ ਇਹ ਵੀ ਕੁਝ ਮੇਰੇ ਜਿਹੜੇ ਦੋਸਤ ਮਿੱਤਰ ਉਹ ਮੇਰੀ ਮਦਦ ਤੇ ਆਏ, ਜਿਨ੍ਹਾਂ ਨੇ ਜਦੋਂ ਉਹਨਾਂ ਨੂੰ ਜਿਵੇਂ ਪਤਾ ਲੱਗਿਆ ਵੀ ਯਾਰ ਇਹ ਤਾਂ ਸੱਚਾਈ ਕੁਝ ਹੋਰ, ਇਹ ਤਾਂ ਇੱਕ ਪਲਾਨਡ ਢੰਗ ਦੇ ਨਾਲ ਇਸ ਪਰਿਵਾਰ ਨੂੰ ਫਸਾਤਾ, ਤਾਂ ਉਹ ਮਦਦ ਤੇ ਆਏ। ਸਿੱਟੇ ਵਜੋਂ ਇਹ ਆਰਥਿਕ ਜਿਹੜੀ ਸਹਾਇਤਾ ਉਹ ਸੰਭਵ ਹੋਈ। ਅੱਜ ਤੱਕ ਵੀ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਮਤਲਬ ਮਿੱਤਰ ਪਿਆਰੇ ਨੇ ਉਹ ਅੱਜ ਤੱਕ ਮਦਦ ਕਰਦੇ ਨੇ। ਬਹੁਤ ਸਾਰੇ ਲੋਕਾਂ ਨੇ ਸੁਝਾਅ ਨਹੀਂ ਦਿੱਤਾ ਕਿ ਰਸੂਲਪੁਰ ਜੀ ਛੱਡੋ ਪਰੇ, ਕੀ ਲੜੋਗੇ, ਲੜਾਈ ਰਹਿਣ ਦਿਓ, ਤੁਸੀਂ ਆਪਣੀ ਜ਼ਿੰਦਗੀ ਜੀਓ। ਰਵਾਇਤੀ ਸੋਚ ਵਾਲੇ ਦੋਸਤ ਮਿੱਤਰ ਆਈ ਕਹਿੰਦੇ ਆ, ਪਰ ਜਿਹੜੇ ਲੜਨ ਵਾਲੇ ਜੁਝਾਰੂ ਮਤਲਬ ਵਿਚਾਰਧਾਰਾ ਵਾਲੇ ਕਹਿੰਦੇ ਨੇ ਕਿ ਕੀ ਖੱਟ ਲਿਆ ਤੁਸੀਂ, 16 ਸਾਲ ਹੋ ਗਏ ਲੜਦੇ ਹੋ ਹਾਲੇ ਵੀ। ਹਾਂ, ਇਹ ਨਿਰਾਸ਼ਾ ਜ਼ਰੂਰ ਮਤਲਬ ਇੱਕ ਵਾਰੀ ਆਉਂਦੀ ਆ, ਪਰ ਜਦੋਂ ਅਸੀਂ ਦੇਖਦੇ ਆ ਹੁਣ ਦਿੱਲੀ ਦੰਗਿਆਂ ਦੀ ਗੱਲ ਲਾ ਲਓ, ਸਭ ਕੁਝ ਸਾਬਤ ਹੋਣ ਦੇ ਬਾਵਜੂਦ ਵੀ ਕਿਹੜਾ ਮਿਲ ਗਿਆ। ਚਾਹੇ ਹੋਰ ਘਟਨਾਵਾਂ ਆਪਾਂ ਲਾ ਲਓ, ਮਤਲਬ ਲੜਨਾ ਤਾਂ ਪੈਂਦਾ ਹੀ ਆ ਨਾ, ਤੇ ਲੜੇ ਬਿਨਾਂ ਤਾਂ ਕੁਝ ਸਾਡਾ ਸਿਸਟਮ ਮਾੜਾ, ਉਹ ਗੱਲ ਵੱਖਰੀ ਆ। ਲੱਗਦਾ ਕਿ ਕੋਈ ਮਿਸਾਲੀ ਸਜ਼ਾ ਮਿਲੂਗੀ ਇਸ ਤਰ੍ਹਾਂ ਦੇ ਪੁਲਿਸ ਅਧਿਕਾਰੀਆਂ ਨੂੰ? ਬਿਲਕੁਲ ਉਮੀਦ ਆ। ਇਹ ਇੱਕ ਦਿਨ ਕਈ ਵਾਰ ਜਦੋਂ ਅਖਬਾਰਾਂ 'ਚ ਖਬਰਾਂ ਪੜ੍ਹੀ ਦੀਆਂ ਨਾ, ਜਾਂ ਤੁਹਾਡੇ ਚੈਨਲ ਦੇ ਉੱਤੇ ਡੇਲੀ ਪੋਸਟ ਦੇ ਤੋਂ ਜਦੋਂ ਸੁਣੀ ਪੜ੍ਹੀ ਦਾ ਵਾ ਕਿ 28 ਸਾਲਾਂ ਬਾਅਦ ਫਲਾਣੇ ਪੁਲਿਸ ਅਫਸਰਾਂ ਨੂੰ ਸਜ਼ਾ ਹੋਈ, ਪੜ੍ਹੀ ਦਾ ਕੀ ਹੋਇਆ ਸੀ? 28 ਸਾਲ ਪਹਿਲਾਂ ਉਹਨਾਂ ਨੇ ਕਿਸੇ ਬੰਦੇ ਨੂੰ ਚੱਕ ਕੇ ਮਾਰਤਾ ਸੀ, ਅਸਮੇਧ ਸੈਣੀ ਵਾਲਾ ਲਾ ਲਓ। ਕਦੇ ਮੈਨੂੰ ਵੀ ਉਮੀਦ ਆ ਕਦੇ ਇਨਸਾਫ ਜ਼ਰੂਰ ਮਿਲੂਗਾ। ਸੋ ਇਸ ਵੇਲੇ ਇਕਬਾਲ ਸਿੰਘ ਰਸੂਲਪੁਰ ਹੋਰਾਂ ਦੀ ਮਾਤਾ ਸੁਰਿੰਦਰ ਕੌਰ ਵੀ ਸਾਡੇ ਨਾਲ ਨੇ, ਉਹਨਾਂ ਤੋਂ ਹੀ ਗੱਲਬਾਤ ਵੀ ਕਰਦੇ ਹਾਂ। ਤੇ ਉਹਨਾਂ ਦੀ ਸਿਸਟਰ ਜਿਹਨੂੰ ਕਿਹਾ ਜਾ ਰਿਹਾ ਕਿ ਕਰੰਟ ਉਸ ਵੇਲੇ ਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਾਇਆ ਗਿਆ ਤੇ ਅੱਜ ਉਹ ਮੰਜੇ ਨਾਲ ਜੁੜ ਕੇ ਹੀ ਰਹਿ ਗਏ ਨੇ ਪਿਛਲੇ ਬਹੁਤ ਸਮੇਂ ਤੋਂ। ਤੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਜਦੋਂ ਪੁਲਿਸ ਆਈ ਤੁਹਾਡੇ ਘਰੇ ਤਾਂ ਤੁਹਾਨੂੰ ਤੇ ਤੁਹਾਡੀ ਬੇਟੀ ਨੂੰ ਨਾਲ ਲੈ ਗਏ ਸੀਗੇ। ਹਾਂਜੀ ਕੀ ਗੱਲ ਹੋਈ ਸੀਗੀ? ਬਸ ਜੀ ਉਹ ਪੁੱਛਦੇ ਸੀਗੇ ਵੀ ਇਕਬਾਲ ਸਿੰਘ ਦੱਸੋ ਕਿੱਥੇ ਆ, ਤੇ ਹੁਣ ਸਾਨੂੰ ਤਾਂ ਵੀ ਇਸ ਗੱਲ ਕੋਈ ਬਾਹਰ ਗਏ ਕਰਕੇ ਸਾਨੂੰ ਤਾਂ ਪਤਾ ਨਹੀਂ ਸੀਗਾ, ਤੇ ਬਸ ਇਸੇ ਦੀ ਪੁੱਛ ਦੇ ਵਿੱਚ ਹੀ ਲੈ ਕੇ ਗਏ ਆ ਸਾਨੂੰ, ਤੇ ਇਹਨੂੰ ਲਿਜਾ ਕੇ ਕੁੱਟਮਾਰ ਕੀਤੀ ਆ। ਤੇ ਕਿਵੇਂ ਹੋ ਗਈ ਇਹਨਾਂ ਦੀ ਹਾਲਤ, ਕੁੜੀ ਦੀ ਇਦਾਂ ਦੀ ਹਾਲਤ? ਕਰੰਟ ਲਾਇਆ ਵੀਰ, ਕਰੰਟ ਲਾਇਆ ਇਹਦੇ। ਕਿਹਨੇ ਲਾਇਆ ਕਰੰਟ? ਕਰੰਟ ਇਹਨੇ ਗੁਰਿੰਦਰਪਾਲ ਨੇ। ਉਹ ਕੌਣ ਸੀ? ਇਹ SHO ਸੀਗਾ, ਅੱਛਾ, ਥਾਣੇਦਾਰ। ਤੁਹਾਨੂੰ ਵੀ ਨਾਲ ਲੈ ਗਏ ਸੀ? ਮੈਨੂੰ ਵੀ ਨਾਲ ਲੈ ਕੇ ਗਏ ਸੀ ਪੁੱਤ। ਤੁਹਾਨੂੰ ਕੀ ਕਹਿੰਦੇ? ਮੈਨੂੰ ਕੁਛ ਨਹੀਂ ਕਿਹਾ, ਮੈਨੂੰ ਉਹੀ ਹੱਬ ਦੱਬ ਕਰਦੇ ਸੀਗੇ ਬਈ ਦੱਸੋ। ਕੁੜੀ ਨੂੰ ਕੀ ਕਹਿੰਦੇ? ਕੁੜੀ ਤੋਂ ਪੁੱਛਦੇ ਸੀਗੇ ਵੀ ਹਾਂ ਦੱਸ ਕਿੱਥੇ ਆ। ਫਿਰ ਕਰੰਟ ਲਾਤਾ? ਕਰੰਟ ਲਾਇਆ, ਇਹਨੂੰ ਕੁੱਟਿਆ ਮਾਰਿਆ। ਇਹ ਪਹਿਲਾਂ ਠੀਕ ਹੁੰਦੇ ਸੀ? ਬਿਲਕੁਲ। ਆ ਦੇਖੋ ਇੱਥੇ ਫੋਟੋ ਪਈ ਹੋਣੀ ਆ, ਉਹ ਦੇਖੋ ਪਈ ਉਹਦੀ ਫੋਟੋ, ਇਹਦੀ ਦੇਖੋ ਉਹਦੀ ਫੋਟੋ ਕਿਹੋ ਜਿਹੀ ਆ, ਜਿਹੜੀ ਇਹਦੀ ਪਹਿਲੀ ਪੋਜੀਸ਼ਨ ਸੀਗੀ ਤੇ ਜਿਹੜੀ ਇਹਦੀ ਅੱਜ ਬਣਾਈ ਹੋਈ ਆ ਉਹਨਾਂ ਦੀ। ਇਹ ਪੁਲਿਸ ਨੇ ਕੀਤਾ ਸਾਰੇ? ਇਹ ਪੁਲਿਸ ਨੇ ਕੀਤਾ ਹੋਇਆ ਉਹਨਾਂ ਨੇ। ਅੱਜ ਜਿਹੜੀ ਹਾਲਤ ਹੈ ਇਹ ਪੁਲਿਸ ਦੀ ਹੈ? ਪੁਲਿਸ ਦੀ ਆ। ਕੀ ਨਾਮ ਹੈ ਗੁੱਡੀ ਦਾ? ਕੁਲਵੰਤ ਕੌਰ। ਇਹ ਇਹਨਾਂ ਦੀ ਪੁਰਾਣੀ ਤਸਵੀਰ ਹੈ ਕੁਲਵੰਤ ਕੌਰ ਦੀ, ਇਹ ਉਸ ਵੇਲੇ ਦੀ। ਹਾਂ। ਤੇ ਜਦੋਂ ਕਰੰਟ ਲਾਉਣ ਤੋਂ ਬਾਅਦ ਹੁਣ ਮੰਜੇ ਨਾਲ ਜੁੜ ਗਏ, ਹੁਣ ਕੋਈ ਸੋਝੀ ਨਹੀਂ ਇਹਨਾਂ ਨੂੰ? ਨਾ ਜਮਾਂ ਨਹੀਂ ਪਤਾ। ਉੱਤੇ ਮੈਂ ਤਾਂ ਬੇਟਾ ਕਰਾਉਣੀ ਆ ਸਾਰਾ ਕੁਝ, ਬੈਠੀ ਨੂੰ ਪਈ ਨੂੰ ਪੜਾਉਂਦੇ ਆ ਪੈਪ ਦੇ ਨਾਲ, ਤੇ ਉੱਤੇ ਹੀ ਇਹਦਾ ਸਾਰਾ ਕੁਝ ਆ। ਇਹ ਪੁਲਿਸ ਨੇ ਕਿਹੜੀ ਦੁਸ਼ਮਣੀ ਕੱਢੀ ਤੁਹਾਡੇ ਨਾਲ? ਬਸ ਆਹੀ ਕੱਢੀ ਆ ਰਾਜ, ਜਿਹੜਾ ਬੱਚੇ ਤੇ ਮੇਰੇ ਤੇ ਪਾ ਰਹੇ ਸੀ ਗਲਤ ਕੇਸ ਕਤਲ ਦਾ, ਉਸੇ ਦੇ ਵਿੱਚ ਹੀ ਇਹ ਸਾਰਾ ਕੁਝ ਹੋਇਆ ਸਾਡੇ ਨਾਲ। ਇਹ ਹੁਣ ਤੁਸੀਂ ਤਸਵੀਰ ਦੇਖ ਲਓ ਕਿ ਇਸ ਕੁਲਵੰਤ ਕੌਰ ਦੀ ਤਸਵੀਰ ਤੇ ਜਿਹੜੀ ਇਹ ਮੰਜੇ ਤੇ ਪਈ ਹੈ ਇਹ ਕੁਲਵੰਤ ਕੌਰ ਦੀ ਤਸਵੀਰ। ਇਹ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੈ। ਕੌਣ ਇਨਸਾਫ ਦਿਵਾਊਗਾ ਇਹਨਾਂ ਨੂੰ? ਇੰਨੇ ਸਾਲਾਂ ਬਾਅਦ ਹਾਲੇ ਵੀ ਜਿਹੜੇ ਨੇ ਉਹ ਮੰਜੇ ਦੇ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਆਪਣੇ ਸਿਹਤ ਦਾ ਮੈਨੂੰ ਲੱਗਦਾ ਸਾਰਾ ਕੁਝ ਆਪ ਹੀ ਕਰਾਉਣਾ ਪੈਂਦਾ, ਰੋਟੀ ਪਾਣੀ ਮੈਨੂੰ ਕਰਾਉਣਾ ਪੈਂਦਾ ਸਾਰਾ। ਆਪਣੀ ਉਮਰ ਕਿੰਨੀ ਜ਼ਿਆਦਾ ਹੋ ਗਈ ਹੈ, ਤੁਸੀਂ ਤਾਂ ਆਪਣਾ ਆਪ ਮਸਾ ਸਾਂਭਦੇ ਹੋ। ਮੈਂ ਕਹਿੰਦੀ ਮੇਰੀ ਉਮਰ ਦੇਖੋ 70 ਸਾਲ ਦੇ ਨੇੜੇ ਹੋਣ ਵਾਲੀ ਹੋ ਗਈ ਆ, ਤੇ ਮੈਂ ਹੀ ਸਾਂਭਦੀ ਆ ਬੇਟੇ ਨੂੰ।
ਇਸ ਵੇਲੇ ਵਕੀਲ ਸਾਹਿਬ ਵੀ ਸਾਡੇ ਨਾਲ ਨੇ, ਸਤਵਿੰਦਰ ਸਿੰਘ ਧਾਲੀਵਾਲ ਐਡਵੋਕੇਟ ਨੇ। ਜਿਹੜੀ ਗੱਲ ਅਸੀਂ ਅੱਜ ਕਰ ਰਹੇ ਹਾਂ ਕਿ ਕੁੜੀ ਸਾਡੇ ਸਾਹਮਣੇ ਪਈ ਹੈ, ਕਿੰਨੇ ਸਾਲਾਂ ਤੋਂ ਮੰਜੇ ਤੇ ਹੈ, ਕੁਲਵੰਤ ਕੌਰ ਮਾਤਾ ਜੀ ਨੂੰ ਵੀ ਪੁਲਿਸ ਚੱਕ ਕੇ ਲੈ ਗਈ ਹੈ, ਇਕਬਾਲ ਸਿੰਘ ਹੋਰੀ ਬਰੀ ਹੋ ਗਏ ਨੇ, ਪਰ ਕਾਰਵਾਈ ਹੋ ਨਹੀਂ ਰਹੀ ਹੈਗੀ। ਕਿਹੜੀਆਂ ਧਾਰਾਵਾਂ ਇਸ ਤਰ੍ਹਾਂ ਕਹਿੰਦੀਆਂ ਨੇ ਕਿ ਉਹਨਾਂ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ? ਬਿਲਕੁਲ ਜੀ, ਜੇ ਸੈਕਸ਼ਨ 154 ਆਫ CRPC ਆ, ਉਹਦੇ ਵਿੱਚ ਤਾਂ ਪਹਿਲਾਂ ਹੀ ਕਿਹਾ ਹੋਇਆ ਵੀ ਕੋਗਨੀਜੇਬਲ ਆਫੈਂਸ ਜਿਹੜਾ ਵੀ ਹੋਵੇ, ਪੁਲਿਸ ਨੇ ਉਹਨੂੰ ਉਸ ਇਨਫੋਰਮੇਸ਼ਨ ਨੂੰ ਰਜਿਸਟਰ ਕਰਨਾ ਇਨ ਰਾਈਟਿੰਗ ਤੇ ਫਿਰ ਇਨਵੈਸਟੀਗੇਸ਼ਨ ਕਰਨਾ। ਅਗਰ ਕੋਈ ਪੁਲਿਸ ਆਫੀਸਰ ਇਸ ਚੀਜ਼ ਨੂੰ ਨਹੀਂ ਫੋਲੋ ਕਰਦਾ, ਦੈਟ ਇਜ਼ ਦ ਡਿਸਓਬੇਜਨ ਆਫ ਲਾਅ, ਵੀ ਉਹ ਡਿਸਓਬੇ ਕਰ ਰਿਹਾ, ਉਸ ਚੀਜ਼ ਦੇ ਲਈ ਉਸ ਆਫੀਸਰ ਦੇ ਖਿਲਾਫ ਸੈਕਸ਼ਨ 166 ਆਫ IPC ਆਫ IPC ਅਮੈਂਡਮੈਂਟ ਹੋਈ ਆ, ਉਸ ਦੇ ਤਹਿਤ ਉਹਦੇ ਅਗੇਂਸਟ ਆਰਡਰ ਹੋਣੇ ਚਾਹੀਦੇ, FIR ਹੋਣੀ ਚਾਹੀਦੀ ਹੈ ਤੇ ਪੁਲਿਸ ਨੂੰ FIR ਦਰਜ ਕਰਕੇ ਫਿਰ ਇਨਵੈਸਟੀਗੇਸ਼ਨ ਕਰਨਾ ਚਾਹੀਦੀ ਹੈ। ਇਹ ਵੀ ਸਾਹਮਣੇ ਆ ਰਹੀ ਗੱਲ ਕਿ ਜਿਹੜਾ ਕੇਸ, ਜਿਹੜਾ ਬੰਦਾ ਮੁਲਜ਼ਮ ਹੋਵੇ, ਜੇ ਉਹ ਬਰੀ ਹੋ ਜਾਵੇ, ਉਹੀ ਕੇਸ ਫਿਰ ਉਸ ਅਧਿਕਾਰੀ ਤੇ ਪੈਂਦਾ ਜੇ ਕੋਈ ਝੂਠੀ ਗੱਲ ਹੋਵੇ। ਬਿਲਕੁਲ ਜੀ, ਇਹ 'ਚ ਹੈਗਾ ਕ੍ਰੀਏਸ਼ਨ ਆਫ ਡਾਕੂਮੈਂਟਸ। ਅਗਰ ਕੋਈ ਪੁਲਿਸ ਆਫੀਸਰ ਕਿਸੇ ਬੰਦੇ ਨੂੰ ਫਸਾਉਣ ਦੇ ਲਈ ਫੈਬਰੀਕੇਸ਼ਨ ਕਰਦਾ ਕੋਈ ਵੀ ਡਾਕੂਮੈਂਟ ਦੀ, ਤਾਂ SC ST ਐਕਟ ਦੇ ਵਿੱਚ ਵੀ ਹੈਗਾ ਵੀ ਸੇਮ ਆਫੈਂਸ ਦਾ ਉਹਦੇ ਤੇ ਪੁਲਿਸ ਆਫੀਸਰ ਚੱਲੂਗਾ, ਸਪੈਸ਼ਲੀ SC ST ਐਕਟ ਦੇ ਵਿੱਚ ਵੀ ਹੈ ਇਹ। ਤੇ ਹੋਰ ਵੀ ਜੇ ਕੋਈ ਗਲਤ ਇਸ ਢੰਗ ਦੇ ਨਾਲ ਕੋਈ ਕਾਗਜ਼ ਤਿਆਰ ਕਰਦਾ, ਦਸਤਾਵੇਜ਼ ਅਦਾਲਤ ਦੇ ਵਿੱਚ ਪੇਸ਼ ਕਰਦਾ, ਸੈਕਸ਼ਨ 467 468 ਉਹ ਸਪੈਸ਼ਲੀ ਫਾਲਸ ਡਾਕੂਮੈਂਟਸ, ਫੈਬਰੀਕੇਟਡ ਡਾਕੂਮੈਂਟਸ ਨਾਲ ਰਿਲੇਟ ਕਰਦੇ ਆ IPC ਦੇ। ਹੋਰ ਕਾਫੀ ਧਾਰਾਵਾਂ ਜਿਵੇਂ ਚਲੋ ਪਰਿਵਾਰ SC ਕੈਟਾਗਰੀ ਨਾਲ ਰਿਲੇਟ ਕਰਦਾ ਤਾਂ SC ਰਿਲੇਟਡ ਜਿੰਨੇ ਵੀ ਆਫੈਂਸਿਸ ਆ ਉਹਦੇ ਵਿੱਚ ਸੈਕਸ਼ਨ 3 ਦੇ ਵਿੱਚ ਵੀ ਆਉਂਦੇ ਆ, IPC ਦੇ ਵੀ ਆਉਂਦੇ ਆ। ਆਪਾਂ ਨੂੰ ਨਾਰਮਲੀ ਪਤਾ ਵੀ ਪੁਲਿਸ ਇਨਵੈਸਟੀਗੇਸ਼ਨ, ਮਿਸਯੂਜ਼ ਆਫ ਪਾਵਰ, ਹਾਇਰ ਆਫੀਸ਼ੀਅਲਸ ਤੇ ਇਨਵੈਸਟੀਗੇਸ਼ਨ ਆਫੀਸਰ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ, ਬਹੁਤ ਧੰਨਵਾਦ। ਸੋ ਇਹ ਪਰਿਵਾਰ ਦੀ ਕਹਾਣੀ ਤੁਹਾਨੂੰ ਦਿਖਾਈ ਹੈ, ਜਿਵੇਂ ਅਸੀਂ ਦਿਖਾ ਰਹੇ ਹਾਂ ਕਿ ਕੁਲਵੰਤ ਕੌਰ ਨੇ, ਮਾਤਾ ਜੀ ਨੇ, ਜਾਂ ਇਹਦਾ ਪਰਿਵਾਰ ਹੈ ਜਿਹੜਾ ਇੱਕ ਪੁਲਿਸ ਦੇ ਤਸ਼ੱਦਦ ਦੇ ਕਾਰਨ ਬਿਲਕੁਲ ਉਜੜ ਗਿਆ ਹੈ। ਸੋ ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ। ਫਿਲਹਾਲ ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।